ਤਾਂ ਉਹ ਬਾਊ ਜੀ ਬੂ ਜੀ ਸਾਡੇ ਤੇ ਕੋਈ ਨਹੀਂ ਮਿਲਦਾ। ਇਹ ਹੈ ਵੀ हाँ जी क्लास गुड मॉर्निंग। चेक करो आवाज आ रही है बच्चों। वीडियो क्लियर है सबनों। ओके जी। ओके जी। अम, किसी को कोई डाउट है प्लीज उन तक जो कल आप किया चेक कर लेना। आज ਦਾ ਸੈਸ਼ਨ ਸ਼ੁਰੂ ਕਰਾਂਗੇ ਨਵਾਂ ਅੱਜ ਦਾ। ਰਾਈਟ। ਆਪਾਂ ਕੰਮ ਕਰ ਰਹੇ ਹਾਂ ਸੈਂਟਰਲ ਮੈਜ਼ਰਮੈਂਟ ਹੈਲੋ ਟੈਂਡੈਂਸੀ ਤੇ। ਹੈਲੋ ਹਾਂਜੀ। ਸਰ ਚੈਟ ਬਾਕਸ ਨਹੀਂ ਓਪਨ ਹੋ ਰਿਹਾ। चैट बॉक्स नहीं ओपन हो रही जी, एक मिनट चेक ਹਾਂ करते हैं जी। ਠੀਕ ਹੈ ਸਰ ਠੀਕ। चेक करना जी हो गया। नहीं सर होया नहीं ओपन अजय। मेरी तो खुल नहीं रहा। ठीक 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 एक मिनट जस्ट चेक करो मैसेज पे देख चेक करो ली। ਹੋਇਆ ਨਹੀਂ ਸਰ ਤੁਸੀਂ ਕਰ ਲਓ ਸ਼ੁਰੂ ਕੋਈ ਨਹੀਂ ਸਰ ਕੋਈ ਗੱਲ ਨਹੀਂ। अच्छा ਤੁਸੀਂ नहीं साढ़े बच्चे तो अच्छा हो गया साढ़े तो ना साढ़े एंड पे हो गया। ਮੇਰੇ ਕੋ ਨਹੀਂ ਹੈ ਇੱਥੇ ਖੁੱਲਦਾ ਨਹੀਂ ਪਿਆ। ओके जी ओके। ਤੁਸੀਂ ਕੋਈ ਨਹੀਂ ਤੁਸੀਂ ਸਟਾਰਟ ਕਰੋ ਕੋਈ ਇਦਾਂ ਦੀ ਗੱਲ ਨਹੀਂ। ਤੁਸੀਂ ਕਰੋ। ठीक है जी ठीक है ठीक है जी। फोन देखना एक बार जी। ਇੱਕ ओके जी क्लास लेट्स स्टार्ट टुडे है ना। आपा फर्स्ट ऑफ ऑल गुड मॉर्निंग टू एवरीवन। ठीक है जी। आपा स्टैटिस्टिक्स ਦੀ ਕਲਾਸਿਸ ਕਰ ਰਹੇ ਹਾਂ ਸੋ ਐਜ਼ ਵੀ ਆਲ ਨੋ। ਤੇ ਜੀਏ ਸੈਕਸ਼ਨ 3 ਦਾ ਇੰਪੋਰਟੈਂਟ ਮੇਜਰ ਪਾਰਟ ਹੈ ਇਹ। ਇਹਦੇ ਵਿੱਚ ਥੋੜੇ ਕਈ ਟੌਪਿਕ ਜਿਵੇਂ ਕਵਰ ਹੋ ਚੁੱਕੇ ਨੇ ਡੇ 1 ਤੋਂ ਲੈ ਕੇ ਡੇ 6 ਤੱਕ, ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਆਪਾਂ ਜਿਵੇਂ ਮੀਨ ਮੀਡੀਅਨ ਮੋਡ ਦੇ ਆਪਾਂ ਕੁਐਸਚਨ ਕੀਤੇ। ਦੈਨ ਉਸ ਤੋਂ ਬਾਅਦ ਆਪਾਂ ਨੇ ਵੇਰੀਐਂਸ ਸਟੈਂਡਰਡ ਡੇਵੀਏਸ਼ਨ ਦੇ ਕੁਐਸਚਨ ਦੇਖੇ। ਦੈਨ ਮੀਨ ਡੇਵੀਏਸ਼ਨ ਚੈੱਕ ਕੀਤਾ ਆਪਾਂ ਨੇ ਕਿ ਮੀਨ ਡੇਵੀਏਸ਼ਨ ਕਿਵੇਂ ਕੈਲਕੂਲੇਟ ਕਰਦੇ ਆ। ਆਫਟਰ ਮੀਨ ਡੇਵੀਏਸ਼ਨ ਆਪਾਂ ਸ਼ੁਰੂ ਕੀਤੀ ਸੀ ਮੈਜ਼ਰਮੈਂਟ ਆਫ ਸੈਂਟਰਲ ਟੈਂਡੈਂਸੀ। ਸੈਂਟਰਲ ਟੈਂਡੈਂਸੀ ਦੇ ਵਿੱਚ ਆਪਾਂ ਕੀ ਪੜ੍ਹ ਰਹੇ ਥੇ ਮੇਨਲੀ ਆਪਾਂ ਤਿੰਨ ਚੀਜ਼ਾਂ ਪੜਾਂਗੇ ਕੁਆਰਟਾਈਲ ਡਿਸਾਈਲ परसेंटाइल। और तीनों का फॉर्मूला कुछ कुछ सेम है बस क्वार्टाइल च डिवाइड बाय 4 होंगे डिसाइल च 10 हो जाएगा परसेंटाइल च 100 हो जाएगा। एज वी ऑल नो क्वार्टाइल क्वार्टर मतलब 4 बनाने हैं। डिसाइल च 10 नाल डिवाइड हो जाएगा। तो अगर आप परसेंटाइल की गल करेंगे 100 नाल डिवाइड हो जाएगा। पर थोड़ी एक क्वेरी थी कि थोड़ा जिहा स्केयर रूट सीखना था कई ने मतलब मैनू मैसेज कर रहा था। कई सारे टेलीग्राम पे मैसेज आया था कई स्टूडेंट्स का जो लॉन्च पढ़ाई है स्टूडेंट्स ने कि ਸਾਨੂੰ ਸਕੇਅਰ ਰੂਟ ਚ ਦਿੱਕਤ ਆ ਰਹੀ ਹੈ ਥੋੜੀ ਜੀ। ਤਾਂ ਵੀ ਵਿਲ ਸਟਾਰਟ ਟੂਡੇ ਲੈਕਚਰ ਵਿਦ ਦਾ ਸਕੇਅਰ ਰੂਟ ਦੈਨ ਵੀ ਮੂਵ ਕਿਉਂਕਿ ਆਪਣੇ ਕੋਲ ਦੋ ਟੌਪਿਕ ਨੇ ਅੱਜ ਦੇ ਕਰਨ ਦੇ। ਇੱਕ ਹੈ ਪਰਸੈਂਟਾਈਲ ਇੱਕ ਹੈ ਡਿਸਾਈਲ। ਠੀਕ ਹੈ ਜੀ ਆਪਾਂ ਦੋਨੋਂ ਕਵਰ ਕਰਾਂਗੇ ਨੋ ਡਾਊਟ ਐਟ ਆਲ। ਬਟ ਬਿਫੋਰ start the topic we will calculate
ਕਿ ਆਪਾਂ ਇਹ ਦੇਖੀਏ ਕਿ ਆਪਾਂ ਸਕੁਅਰ ਰੂਟ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਡੈਸੀਮਲ ਵਾਲਾ ਵੀ ਨॉन ਡੈਸੀਮਲ ਵਾਲਾ ਵੀ। ਸੋ ਇੱਕ ਛੋਟੀ ਜਿਹੀ ਵੀਡੀਓ ਇਸ ਤੇ ਆਪਾਂ ਸਟਾਰਟਿੰਗ ਕਰਾਂਗੇ, ਜਿਹੜੀ ਅੱਜ ਦੀ ਹੈ ਉਹ ਇਸ ਤੇ ਕਰਾਂਗੇ, ਠੀਕ ਹੈ ਜੀ। ਇਟ ਵਿਲ ਹੈਲਪ ਯੂ ਅਲੋਟ ਇਨ ਕੈਲਕੂਲੇਸ਼ਨ ਆਫ ਦ ਥਿੰਗਸ। ਸੋ ਜਰਾ ਧਿਆਨ ਨਾਲ ਦੇਖਣਾ, ਅੱਜ ਦੀ ਕਲਾਸ ਮੈਂ ਸਟਾਰਟ ਕਰਾਂਗਾ ਸਕੁਅਰ ਰੂਟਸ ਤੋਂ। ਦੇਖੋ ਜੀ, ਸਕੁਅਰ ਰੂਟ ਕਿਵੇਂ ਕੈਲਕੂਲੇਟ ਹੁੰਦੇ ਆ, ਤੁਹਾਨੂੰ ਆਈਡੀਆ ਕਲੀਅਰ ਹੋਣਾ ਸ਼ੁਰੂ ਹੋ ਜਾਊਗਾ ਕਿ ਕਿਸ ਤਰ੍ਹਾਂ ਆਪਾਂ ਸਕੁਅਰ ਰੂਟ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ ਜੀ, ਹੋਪਫੁਲੀ ਕਲੀਅਰ ਸਾਰਿਆਂ ਨੂੰ ਗੱਲ। ਹਾਂਜੀ, ਕਲਾਸ ਕਰੀਏ ਸ਼ੁਰੂ ਤੋਂ ਅੱਗੇ। ਕਿਸ ਡਾਊਟ ਤਾਂ ਨਹੀਂ ਹੈ ਕੋਈ ਇੱਥੇ ਤੱਕ ਦਾ? ਲਾਸਟ ਜੇ ਅਗਰ ਕੋਈ ਡਾਊਟ ਹੈ ਟੌਪਿਕ, ਇੱਕ ਵਾਰ ਤੁਸੀਂ ਡੇ 1 ਤੋਂ ਲੈ ਕੇ ਡੇ 6 ਤੱਕ ਲਾਂਚ ਪੈਡ ਆਈਏਐਸ ਦੇ YouTube ਚੈਨਲ ਤੇ ਅਵੇਲੇਬਲ ਨੇ ਸਾਰੀ ਚੀਜ਼ਾਂ, ਤੁਸੀਂ ਜਾ ਕੇ ਉੱਥੇ ਆ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਓਕੇ। ਸੋ ਸਕੁਅਰ ਰੂਟ ਕਿਵੇਂ ਕੈਲਕੂਲੇਟ ਕਰ ਸਕਦੇ ਆ? ਪੋਜ਼ ਕਰੋ, ਆਪਣੇ ਕੋਲ ਇੱਕ ਨੰਬਰ ਆ ਰਿਹਾ ਹੈ 4761। ਇਹਦਾ ਸਕੁਅਰ ਰੂਟ ਕੈਲਕੂਲੇਟ ਕਰਨਾ ਹੈ। ਕਈ ਵਾਰ ਆਪਣੇ ਕੋਲ ਡੈਸੀਮਲ ਜਾਂਦਾ ਹੈ, ਕੁਝ ਵੀ ਰੈਂਡਮ ਨੰਬਰ ਜੋ ਮੇਰੇ ਮਾਈਂਡ ਚ ਆਇਆ, ਬਸ ਇੱਕ ਮੈਂ ਚੁੱਕ ਲਿਆ। ਤਾਂ ਤੁਸੀਂ ਕਰਾਫਟ ਕੀ ਕਰੋਗੇ ਆਪਣੀ ਪ੍ਰੈਕਟਿਸ ਵਾਸਤੇ, ਸਟਾਰਟਿੰਗ ਡੇਜ਼ ਚ ਆਪਾਂ ਇਸ ਤੇ ਲਿਖ ਲਾਂਗੇ 1 2 3 4 5। ਠੀਕ ਹੈ ਜੀ, 6 7 8 9। ਹੋਪਫੁਲੀ ਗੱਲ ਲਿਖ ਸਕਦੇ ਸਾਰੇ। 1 2 3 4 5 6 7 8 9। ਠੀਕ ਹੈ ਜੀ, ਲਿਖ ਲਿਆ। ਔਰ ਆਪਾਂ ਚੈੱਕ ਕਰਾਂਗੇ ਕਿ यूनिट डिजिट ਤੇ ਕੀ ਹੈ। ਲਾਈਕ 1 ਹੈ, 4 ਹੈ, 9 ਹੈ, 6 ਹੈ ਜਾਂ 5 ਹੈ ਸਰ। ਸੋ ਇਹ यूनिट डिजिट ਤੇ ਹੁੰਦਾ ਬੇਟਾ ਨੰਬਰ। ਠੀਕ ਹੈ, ਪਹਿਲਾਂ ਮੈਂ ਤੁਹਾਨੂੰ ਸਕੁਅਰ ਰੂਟ ਦਾ ਸ਼ਾਰਟਕਟ ਤਰੀਕਾ ਸਿਖਾਵਾਂਗਾ, ਫਿਰ ਪ੍ਰੋਪਰ ਮੈਥਡ ਸਿਖਾਵਾਂਗਾ ਜਿੱਥੇ ਤੁਸੀਂ ਡੈਸੀਮਲ ਵਗੈਰਾ ਵਾਲੇ ਵੀ ਕਰ ਸਕਦੇ ਹੋ। ਤਾਂ ਇੱਕ ਵਾਰੀ ਪਹਿਲਾਂ ਆਪਾਂ ਇਸ ਤੇ ਕੰਮ ਕਰਾਂਗੇ ਅੱਜ। ਸੋ ਹੋਪਫੁਲੀ ਧਿਆਨ ਦੇਣਾ, ਅਗਰ ਆਪਾਂ ਨੇ ਕਿਸੇ ਨੰਬਰ ਦਾ ਸਕੁਅਰ ਰੂਟ ਕਰਨਾ, ਕਿਉਂਕਿ ਜਦ ਵੀ ਤੁਸੀਂ ਸਟੈਂਡਰਡ ਡੇਵੀਏਸ਼ਨ ਕੱਢਣੀ ਹੈ, ਐਜ਼ ਵੀ ਆਲ ਨੋ ਸਟੈਂਡਰਡ ਡੇਵੀਏਸ਼ਨ ਕਿਆ ਹੈ? ਸਿਗਮਾ ਨਾਲ ਲਿਖਦੇ ਹਾਂ ਆਪਾਂ ਇਸ ਨੂੰ, ਰੂਟ ਆਫ ਵੇਰੀਐਂਸ। ਵੇਰੀਐਂਸ ਦਾ ਰੂਟ ਹੁੰਦਾ ਹੈ। ਸੋ ਵੇਰੀਐਂਸ ਦੇ ਵਿੱਚ ਕਈ ਵਾਰ ਐਸੇ ਨੰਬਰ ਆਣਗੇ ਜਿਨ੍ਹਾਂ ਦਾ ਸਕੁਅਰ ਰੂਟ ਆਪਾਂ ਨੂੰ ਕੈਲਕੂਲੇਟ ਕਰਨਾ ਪਏਗਾ। ਆਪਣੇ ਕੋਲ ਦੋ ਤਰੀਕੇ ਨੇ, ਇੱਕ ਹੈ ਸ਼ਾਰਟਕਟ ਮੈਥਡ, ਇੱਕ ਹੈ ਪ੍ਰੋਪਰ ਮੈਥਡ। ਮੈਂ ਤੁਹਾਨੂੰ ਦੋਨੋਂ ਸਿਖਾਵਾਂਗਾ, ਤੁਸੀਂ ਕੋਈ ਵੀ ਲਗਾ ਸਕਦੇ ਹੋ ਕਿਉਂਕਿ ਉੱਥੇ ਸਕੁਅਰ ਰੂਟ ਸ਼ੋ ਕਰਨ ਦੀ ਲੋੜ ਨਹੀਂ ਹੁੰਦੀ। ਇਟ ਇਜ਼ ਜਸਟ ਫॉर योर ਕੈਲਕੂਲੇਸ਼ਨਸ। ਠੀਕ ਹੈ, ਸੋ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ यूनिट डिजिट, ਇਹਨੂੰ ਬੋਲਦੇ यूनिट डिजिट, ਐਜ਼ ਵੀ ਆਲ ਨੋ ਵਨਸ, ਟੈਂਸ, 100, 1000 ਹੁੰਦਾ ਹੈ। ਸੋ ਅਗਰ ਆਪਣੇ ਕੋਲ यूनिट डिजिट ਤੇ ਕੀ ਹੈ 1 ਹੈ, ਤਾਂ 1 ਆਉਣ ਦਾ ਕਾਰਨ ਕਿਆ ਹੋ ਸਕਦਾ ਹੈ? 1 ਔਰ 9। ਅਗਰ ਉਹਦੇ 4 ਹੈ, 4 ਆਉਣ ਦਾ ਕਾਰਨ ਹੋ ਸਕਦਾ ਹੈ 2 ਔਰ 8, 9 ਦਾ 3 ਔਰ 7, 6 ਦਾ 4 ਔਰ 6, 5 ਦਾ 5। ਠੀਕ ਹੈ, ਦੋ ਤਰ੍ਹਾਂ ਦੇ ਸਕੁਅਰ ਹੋਣਗੇ, ਆਬਵੀਅਸ ਗੱਲ ਹੈ। ਮੈਂ ਤੁਹਾਨੂੰ ਦੋਨੋਂ ਤਰੀਕੇ ਸਿਖਾ ਦਾਂਗਾ। ਇੱਕ ਹੋਏਗਾ ਪਰਫੈਕਟ ਸਕੁਅਰ ਵਾਸਤੇ, परफेक्ट स्क्वायर वास्ते। एक होएगा नॉन परफेक्ट स्क्वायर वास्ते, मतलब ਜਿਹੜੇ परफेक्ट स्क्वायर नहीं है, नॉट परफेक्ट स्क्वायर, नॉट अ परफेक्ट स्क्वायर। या मोस्टली आंसर किस होंगे? डेसिमल च होंगे उस वास्ते। सो दो चीजें होंगी, दोनों ਆਪਾਂ डिस्कस ਕਰਾਂਗੇ। ठीक है जी, सो अपने ਕੋਲ क्या होएगा, ਆਪਾਂ याद रखेंगे, थोड़ा ਜਿਹਾ याद रखेंगे। एज वी ऑल नो ਜਿਵੇਂ 1 ਦਾ ਸਕੁਅਰ 1 ਹੁੰਦਾ ਹੈ, 2 ਦਾ ਸਕੁਅਰ 4 ਹੁੰਦਾ ਹੈ, 3 ਦਾ ਸਕੁਅਰ 9, 4 ਦਾ ਸਕੁਅਰ 16, ਉਹਦਾ 6 ਚੱਕ ਲਿਆ, 25 ਦਾ 5, दैट्स व्हाई आई हैव पिक 5। बेसिकली मैंने की लिखा है, मैंने वो लिखा है जो यूनिट डिजिट से आंदा है। किसी भी परफेक्ट स्क्वायर दे यूनिट डिजिट ਦੇ ਨੰਬਰ ਆਂਦਾ ਹੈ, ਉਹ ਹੈ 1 4 9 6। ਅਗਰ ਆਪਾਂ ਕਰਦੇ ਹਾਂ 5, ਇਹ ਉਹ ਨੰਬਰਸ ਨੇ ਜਿਹੜੇ ਕਿਸੇ परफेक्ट स्क्वायर ਦੇ यूनिट डिजिट ਦੇ ਆ ਸਕਦੇ हैं। ਇਸ ਤੋਂ ਇਲਾਵਾ ਕੋਈ ਨੰਬਰ ਆਏਗਾ ਲਾਈਕ 2 3 7 8, ਸੋ ਦੇ ਆਰ ਨॉट परफॉर्मिंग, क्योंकि ये परफेक्ट स्क्वायर नहीं बनाते। कदे भी कोई परफेक्ट स्क्वायर होएगा, ਉਹਦਾ ਲਾਸਟ ਡਿਜਿਟ यूनिट डिजिट हमेशा 1 4 9 6 5 ਹੋਏਗਾ। ਅਗਰ ਉਹਦੇ ਆਪਣੇ ਕੋਲ 2 3 7 8 ਪਿਆ, ਇਟ ਮੀਨਸ ਉਹ परफेक्ट स्क्वायर नहीं है। ਤਾਂ ਉਹਦਾ ਯੂਜ਼ ਕੀ ਕਰਨਾ, ਕਿਵੇਂ ਕਰਨਾ, एवरीथिंग। ਜਿਵੇਂ ਜਿਵੇਂ ਕਲਾਸ ਅੱਗੇ ਵਧੇਗੀ ਯੂ ਵਿਲ ਗੈਟ ਟੂ ਨੋ ਅਬਾਊਟ एवरीथिंग। ਠੀਕ ਹੈ ਜੀ, ਸੋ ਅੱਗੇ ਵਧਦੇ ਹਾਂ। ਇੰਨੀ ਗੱਲ ਸਮਝ ਆ ਗਈ ਸਭ ਨੂੰ? ਦੇਖੋ ਜੀ, ਪਲੀਜ਼ ਕਾइंडली अपने को एक नंबर में लिखा था लास्ट में 4761। इधर स्क्वायर रूट करना है, इधर शॉर्टकट तरीका की है, पीछे लास्ट की 1, 1 दा 1 या 9 लिख लो। 1 या 9 को लिखाया, उन्हें दसा था कि अपने को 1 या 9 होता है। ठीक है, अपने को दो नंबर होंगे लाइक 1 2 3 4 5 6 7 8 9। ओके, ਇਹ ਕਦੋਂ ਲਗਾਣਾ ਹੈ, ਕਿਹੜਾ ਯੂਜ਼ ਕਰਨਾ ਹੈ? ਜਦੋਂ यूनिट 1 ਹੋਏਗਾ, यूनिट ਤੇ 4 ਹੋਏਗਾ, यूनिट ਤੇ 9 ਹੋਏਗਾ, यूनिट ਤੇ 6 ਹੋਏਗਾ, ਜਾਂ यूनिट ਤੇ 5 ਹੋਏਗਾ। ਇਹਨਾਂ ਵੇਜ਼ ਦੀ ਹੈਲਪ ਨਾਲ ਆਪਾਂ ਚੈੱਕ ਕਰਾਂਗੇ। ਕਲਾਸ ਇੰਨਾ ਕੁ ਸਮਝਾਇਆ, ਪਹਿਲਾਂ ਪਲੀਜ਼ ਰਿਵਰਟ ਬੈਕ ਕਰਨਾ।
जिन्हें मैं बोर्ड ते लिखा है। हाँ जी क्लास, ऑनलाइन ऑफलाइन, जो बोर्ड ते लिखा है छोटी इन्फॉर्मेशन समझ आ गई सबनू? यस और नो? ਆਪਾਂ ਇੱਥੇ ਡਿਸਕਸ ਕੀ ਕੀਤਾ ਹਾਲ ਤੱਕ? ਆਪਾਂ ਡਿਸਕਸ ਇਹ ਚੀਜ਼ ਕੀਤੀ ਹੈ ਕਿ ਆਪਣੇ ਕੋਲ ਦੋ ਚੀਜ਼ਾਂ ਹੋਣਗੀਆਂ, ਆਪਾਂ ਇੱਕ ਸਕੁਏਅਰ ਰੂਟ ਕੱਢਣਾ ਹੋਏਗਾ, ਜਾਂ ਤਾਂ ਉਹ ਪਰਫੈਕਟ ਸਕੁਏਅਰ ਦਾ ਸਕੁਏਅਰ ਰੂਟ ਹੋਏਗਾ ਜਾਂ ਉਹ ਪਰਫੈਕਟ ਸਕੁਏਅਰ ਨਹੀਂ ਹੋਏਗਾ। ਅਗਰ ਪਰਫੈਕਟ ਸਕੁਏਅਰ ਹੈ ਤਾਂ ਉਹਦੇ ਲਾਸਟ 'ਚ क्या हो सकता है? 14965। ਅਗਰ ਉਹ ਨॉट ਕੋਈ ਹੋਰ ਸਕੁਏਅਰ ਹੈ ਜਿਹੜਾ ਪਰਫੈਕਟ ਨਹੀਂ ਹੈ, ਉਹਦੇ ਲਾਸਟ 'ਚ 2378 ਵੀ ਹੋ ਸਕਦਾ ਹੈ। ਪਰ ਪਹਿਲਾਂ ਆਪਾਂ ਸਿੱਖ ਰਹੇ ਹਾਂ ਜਿਹੜੇ ਪਰਫੈਕਟ ਸਕੁਏਅਰ ਹੈ, ਉਸ ਤੋਂ ਬਾਅਦ ਆਪਾਂ ਸਿੱਖਾਂਗੇ ਜਿਹੜੇ ਪਰਫੈਕਟ ਸਕੁਏਅਰ ਨਹੀਂ ਹੈ। ਕਰਨਾ ਕੀ ਹੋਏਗਾ? ਆਪਾਂ ਸਿੰਪਲੀ ਕਰਨਾ ਹੈ, क्या होएगा? ਆਪਾਂ ਦੇਖਾਂਗੇ ਲਾਸਟ ਕੀ ਹੈ ਸਰ, 1। 1 ਆਉਣ ਦਾ ਕਾਰਨ ਕੀ ਹੋ ਸਕਦਾ ਹੈ? 1 ਜਾਂ 9। 1 ਜਾਂ 9। ਠੀਕ, ਠੀਕ ਹੈ ਜੀ। ਦੈਟਸ ਵਾਈ ਆਪਾਂ ਨੇ ਉਹਨੇ 1 ਲਗਾ ਲਿਆ, 9। ਫਿਰ ਆਪਾਂ ਦੋ ਛੱਡ ਦੇਣੇ ਆ, ਦੋ ਡਿਜਿਟ ਛੱਡ ਦੇਣੇ ਲਾਸਟ ਚੋਂ। ਆਪਣੇ ਕੋਲ ਬਚਿਆ 47। ਇਹ 6 ਤੋਂ ਲੈ ਕੇ 7 ਦੇ ਵਿੱਚ ਆਨੇ ਆ, ਮਤਲਬ ਸਰ 6 ਦਾ ਸਕੁਅਰ 36, 7 ਦਾ ਸਕੁਅਰ 49 ਹੁੰਦਾ ਹੈ। 6 ਤੋਂ ਲੈ ਕੇ 7 ਦੇ ਵਿੱਚ ਆਨੇ ਆ, ਆਪਾਂ 6 ਪਿਕ ਕਰ ਲੈਣਾ ਹਰ ਵਾਰ। 6 ਪਿਕ ਅੱਗੇ ਨੰਬਰ ਪਿਕ ਕਰ ਲੈਣਾ, ਛੋਟਾ ਨੰਬਰ ਹੋਏਗਾ। ਕਰ ਲਿਆ। ਹੁਣ ਆਪਣੇ ਕੋਲ ਦੋ ਆਂਸਰ ਤਿਆਰ ਹੋ ਗਏ, ਜਾਂ ਤਾਂ 61 ਜਾਂ 69। ਕੋਈ ਇੱਕ ਆਂਸਰ ਹੈ ਦੋਨਾਂ ਚੋਂ। ਇੰਨੀ ਗੱਲ ਸਮਝ ਆ ਗਈ? ਇੱਕ ਐਗਜ਼ਾਮਪਲ ਹੋਰ ਚੱਕਦੇ ਆ, ਫਿਰ ਆਪਾਂ ਅੱਛਾ, decide- ਠੀਕ ਹੈ ਜੀ। ਹਾਂਜੀ। 1 ਇਹ ਆਣਾ 60 ਦੇ ਸਕੁਅਰ, 60 ਦੇ ਟੇਬਲ ਦੇ ਵਿੱਚ। ਹਾਂਜੀ, ਇਹ ਪਤਾ ਕੀ ਹੋਊਗਾ, ਐਵੇਂ ਕਰਾਂਗੇ ਸੰਜੀਵ ਜੀ। ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਆਪਣੇ ਕੋਲ ਇੱਕ ਨੰਬਰ ਹੋਏਗਾ ਜਿਵੇਂ ਲਾਸਟ 1 ਹੈ, ਇਹਨੂੰ ਦੇਖ ਕੇ 1 ਤੇ 9 ਲਗਾ ਲਿਆ। ਸਪੋਜ਼ ਕਰੋ ਆਪਣੇ ਕੋਲ ਹੁੰਦਾ 9064, ਆਪਣੇ ਕੋਲ 4 ਹੁੰਦਾ। 4 ਆਉਣ ਦਾ ਕਾਰਨ ਕੀ ਹੈ? 2 2 ਹੈ ਔਰ 8। 2 ਔਰ 8। ਆਪਾਂ 2 और 8 ਲਗਾ ਦਿੰਦੇ, ਠੀਕ ਹੈ ਜੀ। ਫਿਰ ਦੋ ਲੀਵ ਕਰਨੇ ਹੈ, 9 ਤੇ 6। 9 ਤੇ 10 ਦੇ ਵਿੱਚ ਆਉਂਦਾ ਹੈ। 9 ਤੇ 10 ਦਾ ਮਤਲਬ 9 ਦਾ ਸਕੁਅਰ 81, 10 ਦਾ 100, ਉਹਦੇ ਵਿੱਚ ਆਉਂਦਾ। ਆਪਾਂ ਰੇਂਜ ਦੇਖ ਲੈਂਦੇ ਕਿ ਜਿਹੜਾ ਆਪਣਾ ਬਚਿਆ ਹੋਇਆ ਨੰਬਰ ਹੈ ਉਹ ਕਿਹਦੇ ਵਿੱਚ ਆ ਰਿਹਾ ਹੈ। ਹੁਣ ਆਪਣਾ ਬਚਿਆ ਹੋਇਆ ਨੰਬਰ ਹੈ 96, ਜੋ ਕਿ 9 10 ਦੇ ਵਿੱਚ ਆ ਰਿਹਾ ਹੈ, ਤਾਂ ਆਪਾਂ 9 ਪਿਕ ਕਰ ਲਾਂਗੇ ਇਸ ਤਰ੍ਹਾਂ। ਹੁਣ ਇਹ ਦੋ ਦੋ ਚੁਆਇਸ ਬਣ ਰਹੀਆਂ ਨੇ, ਇਹ ਦੋ ਚੋਂ ਕੋਈ ਇੱਕ ਹੋਏਗਾ। ਬੈਸਟ ਸ਼ਾਰਟਕਟ ਸਿਖਾ ਰਿਹਾ ਤੁਹਾਨੂੰ ਇਸ ਚੀਜ਼ ਤੇ, ਧਿਆਨ ਨਾਲ ਸਮਝੋ। ਹੁਣ ਆਪਾਂ 47 61 ਚੱਕਿਆ, 61 1 ਦਾ 1 ਲਗਾ ਲਿਆ, ਜਾਂ ਤਾਂ 1 ਆ ਸਕਦਾ ਹੈ ਜਾਂ 9 ਆ ਸਕਦਾ ਹੈ। ਓਕੇ ਡਨ। ਉਸ ਤੋਂ ਬਾਅਦ ਜਿਹੜੇ ਦੋ ਬਚੇ, ਉਹ ਆਪਾਂ ਦੇਖਿਆ ਕਿਹਦੇ ਵਿੱਚ ਆ ਰਹੇ ਨੇ। ਦੋ ਆਪਣੇ ਕੋਲ ਆ ਰਹੇ ਨੇ 6 ਤੋਂ 7 ਦੇ ਵਿੱਚ। ਓਕੇ 6 ਤੋਂ 7 ਚ ਆ ਰਹੇ ਨੇ, ਤਾਂ ਆਪਣਾ 6 ਪਿਕ ਕਰ ਲਿਆ। ਹੁਣ ਜਾਂ ਤਾਂ 61 ਆਂਸਰ ਹੈ ਜਾਂ 69 ਆਂਸਰ ਹੈ। ਇਹਦਾ ਸ਼ਾਰਟਕਟ ਕੀ ਹੈ? 6 7 ਜਾਂ 42। 42 ਤੋਂ ਵੱਡਾ 47? ਯੈਸ ਸਰ। ਤਾਂ ਦੋਨਾਂ ਚੋਂ ਵੱਡੇ ਆਂਸਰ ਹੋਏਗਾ ਇਸ ਤਰ੍ਹਾਂ। 9 10 ਜਾਂ 90, 90 ਤੋਂ ਵੱਡਾ 96, ਤਾਂ ਦੋਨਾਂ ਚੋਂ ਵੱਡੇ ਵਾਲਾ ਆਂਸਰ ਹੋਏਗਾ। ਜੇ ਛੋਟਾ ਹੁੰਦਾ ਆਪਣਾ ਕੁਐਸਚਨ, ਤਾਂ ਛੋਟਾ ਆਂਸਰ ਹੁੰਦਾ। ਇੱਕ ਹੋਰ ਦੇਖਦੇ ਜੀ, ਫਿਰ ਜ਼ਿਆਦਾ ਬੈਟਰ ਕਲੈਰਿਟੀ ਆਏਗੀ। ਜਿਵੇਂ 10609, 9 ਦਾ 3 ਜਾਂ 7 ਆਏਗਾ, ਦੋ ਛੱਡ ਦਾਂਗੇ ਆਪਾਂ। 106 ਆ ਗਿਆ। 10 ਤੋਂ 11 ਦੇ ਵਿੱਚ ਹੁੰਦਾ ਹੈ। 10 ਦਾ ਹੁੰਦਾ ਸਕੁਅਰ 100, 11 ਦਾ ਹੁੰਦਾ 121। ਆਪਾਂ 10 ਪਿਕ ਕਰ ਲਾਂਗੇ, 10 ਤੇ 11 ਦੇ ਵਿੱਚ ਆਏਗਾ। ਆਪਾਂ 10 ਪਿਕ ਕਰਾਂਗੇ, 10 ਨੂੰ ਮਲਟੀਪਲਾਈ ਕਰਾਂਗੇ 110। 110 ਤੋਂ ਛੋਟਾ ਆਪਣਾ ਕੁਐਸਚਨ, ਤਾਂ ਇਸ ਵਾਰੀ ਦੋਹਾਂ ਚੋਂ ਛੋਟੇ ਵਾਲਾ ਆंसर बनेगा। लाइक दिस। ਦੱਸੋ ਇੰਨੀ ਗੱਲ ਸਮਝ ਕਿ ਨਹੀਂ ਆਈ? ਹਾਂਜੀ, ਦੇਖੋ ਸਭ ਤੋਂ ਬੈਸਟ ਮੈਥਡ ਹੈ। ਤੁਹਾਨੂੰ ਕਲੀਅਰ ਹੋਇਆ ਕਿ ਨਹੀਂ ਹੋਇਆ? ਦੇਖੋ ਚੀਜ਼ ਧਿਆਨ ਨਾਲ। ਹਾਂਜੀ क्लास, सबने समझाया कि नहीं आया? देखो प्लीज रिपीट करिए एक बारी। हाँ जी हाँ श्योर। देखो सब तो पहला की था अपने को, कोई दो नंबर होंगे लास्ट। लाइक अपने को पहला 1 है, 1 आने का कारण 1 या 9, ठीक है हो गया। फिर दो लीव करने, हमेशा फिक्स है दो ही लीव करने हैं। दो लीव करते रह के अपने को 47। ਆਪਾਂ ਇਹ ਚੈੱਕ ਕਰਨਾ ਕਿ 47 ਕਿਹੜੇ ਦੋ ਸਕੇਅਰਸ ਦੇ ਵਿੱਚ ਆ ਰਿਹਾ। 47 ਹੁਣ ਦੇਖੋ 1 ਦਾ ਸਕੇਅਰ ਆਪਾਂ ਕਹਿੰਦੇ 1, ਫਿਰ 2 ਦਾ 4, ਫਿਰ 6 ਦਾ 3 ਦਾ 9, ਠੀਕ ਹੈ, 4 ਦਾ 16, 5 ਦਾ 25, 6 ਦਾ 36, 7 ਦਾ 49। 6 7 ਦੇ ਵਿੱਚ ਆ ਰਹੇ ਨੇ, ਤਾਂ 6 ਦਾ ਹੈ 36, 7 ਦਾ ਹੈ 49। 36 ਤੋਂ 49 ਦੇ ਵਿੱਚ ਆ ਰਿਹਾ 47। ਆਪਾਂ ਚੱਕ 6 ਲੈਣਾ ਹੈ, ਠੀਕ ਹੈ ਚੱਕ ਲਿਆ। ਹੁਣ ਜਾਂ ਤਾਂ 61 ਆਂਸਰ ਹੈ ਜਾਂ 69 ਆਂਸਰ ਹੈ, ਦੋਹਾਂ ਇੱਕ ਆਂਸਰ ਹੋਏਗਾ। ਆਪਾਂ ਚੈੱਕ ਕਰਦੇ 6 7 ਜਾਂ 42। 42 ਤੋਂ ਕੁਐਸਚਨ ਬੜਾ ਹੈ ਆਪਣਾ, ਤਾਂ ਦੋਹਾਂ ਚੋਂ ਵੱਡੇ ਵਾਲਾ ਆਂਸਰ ਹੋ ਗਿਆ ਇਸ ਤਰ੍ਹਾਂ। ਹੋਪਫੁਲੀ ਹੁਣ ਕਲੀਅਰ ਹੋਇਆ। ਇੱਕ ਹੋਰ ਦੇਖਦੇ ਆਪਾਂ, ਨਵਾਂ ਕੁਐਸਚਨ ਚੱਕ ਲੈਂਦੇ ਕੋਈ ਗੱਲ ਨਹੀਂ। ਜਿਵੇਂ ਆਪਾਂ ਚੱਕਿਆ 1 4 4 4, ਲਾਸਟ 4 ਆਇਆ। 4 ਆਉਣ ਦਾ ਕਾਰਨ ਕੀ ਹੈ? 2 ਜਾਂ 8, ਜਾਂ ਤਾਂ 2 ਵਾਲਾ ਆਂਸਰ ਹੋਏਗਾ ਜਾਂ 8 ਆਣਾ। ਚਲੋ ਦੋਨੋਂ ਚ ਇੱਕ ਦੇਖ ਲੈਂਦੇ ਆ, ਦੋ ਛੱਡ ਦਿੰਦੇ ਆ। 14, ਇਹ 3 ਤੋਂ ਲੈ ਕੇ 4 ਦੇ ਵਿੱਚ ਆਉਂਦਾ ਹੈ। 3 ਦਾ ਸਕੁਅਰ ਹੁੰਦਾ ਹੈ
9 4 ਦਾ ਸਕੁਅਰ ਹੁੰਦਾ ਹੈ 16। ਸੋ ਇਹ 3 ਤੋਂ 4 ਦੇ ਵਿੱਚ ਆਏਗਾ। ਅਗਰ 3 ਤੋਂ 4 ਦੇ ਵਿੱਚ ਆਏਗਾ ਤਾਂ ਆਪਾਂ 3 ਚੱਕ ਲਾਂਗੇ, ਚੁੱਕ ਲਿਆ ਜੀ। 4 3 12, 12 ਤੋਂ ਵੱਡਾ ਕੁਐਸਚਨ ਆਪਣਾ, ਤਾਂ ਵੱਡੇ ਵਾਲਾ ਆਂਸਰ ਹੋਏਗਾ 38 ਇਜ਼ ਦਾ ਆਂਸਰ। ਹੁਣ ਚੈੱਕ ਕਰੋ। ਹਾਂਜੀ ਕਲਾਸ ਪਲੀਜ਼ ਚੈੱਕ ਕਰੋ ਹੁਣ, ਸਮਝ ਆਇਆ ਅਕॉर्डिंगली? ਕੋਈ ਡਾਊਟ ਪਲੀਜ਼ ਕਿਸੇ ਨੂੰ? ਸਿੰਪਲ ਟੈਕਨੀਕ ਹੈ। ਸਭ ਤੋਂ ਪਹਿਲਾਂ ਤੁਸੀਂ ਯੂਨਿਟ ਡਿਜਿਟ ਦੇਖ ਕੇ ਇੱਕ ਡਿਜਿਟ ਲਿਖਣਾ ਹੈ, ਫਿਰ ਦੋ ਡਿਜਿਟ ਲੀਵ ਕਰਨੇ ਹੈ। ਜਿਹੜੇ ਬਚੇ ਹੋਏ ਡਿਜਿਟ ਹੋਣਗੇ ਉਹ ਡਿਜਿਟਸ ਚੈੱਕ ਕਰ ਲਓ ਕਿ ਉਹ ਕਿਹੜੇ ਸਕੇਅਰ ਦੇ ਵਿੱਚ ਆ ਰਹੇ ਹੈ, ਉੱਥੋਂ ਆਪਾਂ ਕੈਲਕੂਲੇਟ ਕਰਨਾ ਹੈ। ਪਲੀਜ਼ ਮੈਨੂੰ ਜਲਦੀ ਰਿਸਪੌਂਡ ਕਰੋ ਇਸ ਤੱਕ ਸਾਰੇ, ਫਿਰ ਆਪਾਂ ਅੱਗੇ ਵਧੀਏ। ਇਹ ਸਮਝ ਆਇਆ ਕਿ ਨਹੀਂ ਆਇਆ, ਜਾਂ ਡਾਊਟ ਹੈ ਫਿਰ ਦੱਸ ਸਕਦੇ ਹੋ। ਇੱਕ ਕੁਐਸਚਨ ਆਪਾਂ ਹੋਰ ਦੇਖ ਲੈਂਦੇ ਆ, ਫਿਰ ਆਪਾਂ ਅੱਗੇ ਵਧਦੇ ਹਾਂ। ਸਪੋਜ਼ ਆਪਣੇ ਕੋਲ ਆ ਗਿਆ 1 1 8 8 1, ਪਿੱਛੇ 1 ਆਇਆ, ਕਾਰਨ ਆਂਦਾ 1 ਜਾਂ 9, ਦੋ ਛੱਡ ਦਾਂਗੇ ਆਪਾਂ, 118 ਬਚ ਗਿਆ। ਇਹ 10 ਤੋਂ ਲੈ ਕੇ 11 ਦੇ ਵਿੱਚ ਹੈ, ਕਿਉਂਕਿ 10 ਦਾ ਸਕੁਅਰ ਹੁੰਦਾ 100, 11 ਦਾ ਹੁੰਦਾ 121। 10 ਤੋਂ 11 ਦੇ ਵਿੱਚ ਹੈ, ਆਪਾਂ 10 ਹੀ ਲਗਾ ਲਾਂਗੇ। ਠੀਕ ਹੈ, 10 11 110, ਇਹ ਮਲਟੀਪਲਾਈ ਕਰ ਲੈਂਦੇ ਮੰਚ ਪਾਸ ਚੋਂ। 10 11 110, 110 ਤੋਂ ਵੱਡਾ ਕੁਐਸਚਨ ਤਾਂ ਵੱਡੇ ਵਾਲਾ ਆਂਸਰ। ਆ ਲਓ ਹੁਣ ਦੇਖੋ। ਹਾਂਜੀ ਕਲਾਸ ਕਲੀਅਰ ਹੋਇਆ ਕਿ ਨਹੀਂ ਹੋਇਆ? ऑनलाइन स्टूडेंट्स देखो भाई, ऑफलाइन कोई चेक करो। ओके है। ऑनलाइन थोनों प्लीज ओके है, गुड। हाँ जी संजीव जी, हो गया क्लियर? सो इस तरीके नाल ਆਪਾਂ ਸਕੁਅਰ ਰੂਟ ਕੈਲਕੂਲੇਟ ਕਰ ਸਕਦੇ ਹਾਂ ਜਿਹੜੇ ਵੇਰੀਐਂਸ ਆएंगे। यस सर, ठीक है जी, good। ਦੁਬਾਰਾ ਦੇਖੋ ਇੱਕ ਵਾਰੀ, ਇੱਕ ਹੋਰ ਦੇਖ ਲਈਏ ਆਪਾਂ ਕੁਐਸਚਨ 6084। ਵੈਸਾ ਕੁਐਸਚਨ ਆਇਆ 6084। 4 ਦਾ ਆਪਾਂ ਲਗਾਵਾਂਗੇ, 4 ਦਾ ਕਾਰਨ ਕੀ ਹੈ 2 ਜਾਂ 8, ਜਾਂ ਤਾਂ 2 ਹੋਏਗਾ ਜਾਂ 8 ਹੋਏਗਾ। ਆਪਾਂ ਦੋ ਲੀਵ ਕਰ ਦਾਂਗੇ। 60 7 ਤੇ 8 ਦੇ ਵਿੱਚ ਹੈ, 7 ਦਾ ਸਕੁਅਰ 49, 8 ਦਾ ਸਕੁਅਰ 64। 7 ਤੋਂ 8 ਦੇ ਵਿੱਚ ਆ ਗਿਆ, ਆਪਾਂ ਚੂਜ਼ 7 ਕਰਨਾ ਹੈ, ਅਗਲਾ ਨੰਬਰ ਚੂਜ਼ ਕਰਨਾ ਹੁੰਦਾ ਹੈ। 7 8 ਜਾਂ ਅਗਰ ਆਪਾਂ ਗੱਲ ਕਰੀਏ 56, 56 ਤੋਂ ਬੜਾ ਆਪਣਾ ਕੁਐਸਚਨ, ਤਾਂ ਦੋਹਾਂ ਚੁਆਇਸ ਤੋਂ ਬੜੇ ਵਾਲਾ ਆਂਸਰ ਆਪਣਾ ਹੋਏਗਾ। ਇਹ ਸਭ ਤੋਂ ਬੈਸਟ ਟ੍ਰਿਕ ਸਿਖਾਈ ਤੁਹਾਨੂੰ ਸਕੁਅਰ ਰੂਟ ਕੈਲਕੂਲੇਟ ਕਰਨ ਦੀ। ਅਗਰ ਤੁਸੀਂ ਵੇਰੀਐਂਸ ਕਰਦੇ ਹੋ, ਤੁਹਾਨੂੰ ਆਈਡੀਆ ਹੋ ਜਾਊਗਾ ਕਿ ਮੇਰਾ ਨੰਬਰ ਕਿੱਥੇ ਜਾ ਰਿਹਾ ਹੈ, ਕਿਸ ਤਰ੍ਹਾਂ ਦਾ ਆ ਸਕਦਾ ਹੈ। ਠੀਕ ਹੈ ਜੀ। ਓਕੇ ਜੀ, ਸੋ ਹੋਪਫੁਲੀ ਆਪਾਂ ਅੱਗੇ ਵਧੀਆ ਆਪਣੇ ਟੌਪਿਕਸ ਤੇ। ਸੋ ਇਹ ਚੈੱਕ ਕਰ ਸਕਦੇ ਹੋ। ਹੁਣ ਆਪਾਂ ਇੱਕ ਦੋ ਕੁਐਸਚਨ ਦੇਖ ਲਈਏ। ਜਿਹੜਾ ਕੋਈ ਵੀ ਨੰਬਰ ਆ ਗਿਆ, ਰੈਂਡਮ ਨੰਬਰ, ਸਪੋਜ਼ ਮੇਰੇ ਕੋਲ ਨੰਬਰ ਆਂਦਾ ਐਵੇਂ ਆਏਗਾ 7892। ਹੁਣ ਆਪਾਂ ਕਹੀਏ ਪਰਫੈਕਟ ਸਕੁਅਰ ਤਾਂ ਹੈ ਨਹੀਂ 2, ਤਾਂ ਆਪਾਂ 2 ਨੂੰ ਅਪਰੋਕਸੀਮੇਟਲੀ 7 7922 ਆਏਗਾ ਸਪੋਜ਼ ਸੈਂਪਲ। ਤਾਂ ਆਪਾਂ 7921 ਮੰਨ ਲੈਂਦੇ, ਐਜ਼ਿਊਮ ਕਰ ਲੈਂਦੇ, ਜਸਟ ਕੋਈ ਚੱਕਰ ਨਹੀਂ। ਜਿਵੇਂ 2 ਆਇਆ ਆਪਾਂ 1 ਮੰਨ ਲਓ, ਕਿਉਂਕਿ 2 ਪਰਫੈਕਟ ਸਕੁਅਰ ਨਹੀਂ ਹੋ ਸਕਦਾ। 2 ਦੇ ਨੀਅਰੈਸਟ ਕਿਹੜਾ ਹੈ 1 ਮੰਨ ਲਓ, ਕੋਈ ਚੱਕਰ ਨਹੀਂ ਹੈ, ਯੂ ਕੈਨ ਸੋਲਵ ਆਊਟ। ਤਾਂ ਇੰਨਾ ਡੈਸੀਮਲ ਦਾ ਫਰਕ ਨਹੀਂ ਪਏਗਾ। ਕਹਿਣ ਦਾ ਮੀਨਿੰਗ ਕਿਆ, ਆਪਾਂ ਸ਼ਾਰਟਕਟ ਟੈਕਨੀਕ ਕਿਤੇ ਵੀ ਯੂਜ਼ ਕਰ ਸਕਦੇ ਹਾਂ, ਚਾਹੇ ਕੋਈ ਨੰਬਰ ਪਰਫੈਕਟ ਸਕੁਅਰ ਹੈ ਜਾਂ ਨਹੀਂ ਹੈ। ਜੇ ਨੰਬਰ ਪਰਫੈਕਟ ਸਕੁਅਰ ਨਹੀਂ ਹੈ, ਉਹਨੂੰ ਰਾਉਂਡ ਆਫ ਕਰਕੇ ਆਪਾਂ ਇੱਕ ਦੋ ਡਿਜਿਟ ਐਡਜਸਟ ਕਰਕੇ ਆਪਾਂ ਕਰ ਸਕਦੇ ਹਾਂ, ਤਾਂ ਆਪਣਾ ਆਂਸਰ ਸੇਮ ਹੀ ਆਊਗਾ, ਕੋਈ ਐਡੀ ਗੱਲ ਨਹੀਂ ਹੈਗੀ। ਸੋ ਠੀਕ ਹੈ ਜੀ। ਸੋ ਲੈਟਸ ਬੈਕ ਟੂ ਦਾ ਸਟੈਟਿਸਟਿਕਸ। ਹੁਣ ਇਸ ਚੀਜ਼ ਸਮਝ ਆ ਗਈ, ਸਭ ਨੂੰ ਕਲੀਅਰ ਹੋ ਗਿਆ। ਸੋ ਸਕੁਅਰ ਰੂਟ ਤੁਸੀਂ ਕਿਹਾ ਤਾਂ ਕਈਆਂ ਨੇ ਮੈਨੂੰ, ਤਾਂ ਸਕੁਅਰ ਰੂਟ ਆਪਾਂ ਇਸ ਤਰੀਕੇ ਨਾਲ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ ਜੀ। ਸਕੁਅਰ ਰੂਟ ਨੂੰ ਕੈਲਕੂਲੇਟ ਕਰਨ ਦਾ ਇੱਕ ਹੀ ਤਰੀਕਾ ਹੈ, ਅਗਰ ਆਪਾਂ ਗੱਲ ਕਰੀਏ ਇਹ ਜੋ ਆਪਾਂ ਬੋਰਡ ਤੇ ਕੀਤਾ, ਸਭ ਤੋਂ ਈਜ਼ੀ ਔਰ ਸਭ ਤੋਂ ਬੈਸਟ ਤਰੀਕਾ ਹੈ। ਠੀਕ ਹੈ ਜੀ। ਨਾਓ अब वापस आने हैं अपने काम पे। आप कल की पढ़ रहे थे क्लास, कल आप क्वार्टाइल पढ़ के गए थे, अगर ਤੁਹਾਨੂੰ याद ਹੋਏਗਾ। क्वार्टाइल ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਆਪਾਂ ਪढ़ रहे थे क्वार्टाइल से दो तरह ਦੇ Q1 ਤੇ Q3। ਇੱਕ ਲੋਅਰ क्वार्टाइल था, ਇੱਕ अपर क्वार्टाइल था। बेसिकली क्वार्टाइल ਹੁੰਦੇ ਕੀ ਨੇ? ਅਗਰ ਆਪਾਂ ਗੱਲ ਕਰਦੇ ਆ, ਆਪਾਂ ਕਿਸੇ ਸੀਰੀਜ਼ ਨੂੰ ਜਾਂ ਸੀਕੁਐਂਸ ਨੂੰ ਦੋ ਇਕੁਅਲ ਪਾਰਟਸ ਚ ਡਿਵਾਈਡ ਕਰਨਾ ਹੈ, ਆਪਾਂ ਮੀਡੀਅਨ ਯੂਜ਼ ਕਰਦੇ ਆ। ਆਪਾਂ 4 इक्वल पार्ट्स डिवाइड करना है, तो आप क्वार्टाइल यूज करते हैं। इसी तरह अगर आप किसी सीक्वेंस या सीरीज में 10 पार्ट्स डिवाइड करना है, देन आप डिसाइल यूज करांगे, और 100 पार्ट्स च करना है तो परसेंटाइल करांगे। बेसिकली क्वार्टाइल आप इस करके पढ़ा था क्योंकि अपने को एक सीक्वेंस था, उस सीक्वेंस के 3 क्वार्टाइल बनते हैं, जिवें 4 कहांगे तो 3 बनेंगे इंटरवल,
ठीक है। सपोज कर लो अपने को 5 फिंगर्स ने, ਆਪਾਂ ਕਿਸੇ ਨੂੰ 5 1 2 3 4 5 ਵੰਡਿਆ, ਪਰ ਆਪਣੇ ਕੋਲ ਇੰਟਰਵਲ 1 2 3 4 ਆਣਗੇ। ਇਸ ਤਰ੍ਹਾਂ ਅਗਰ ਆਪਾਂ 4 ਚ ਵੰਡਦੇ ਆ ਕੋਈ ਸੀਕੁਐਂਸ ਨੂੰ, ਤਾਂ ਇੰਟਰਵਲ 1 2 3 ਆ ਰਹੇ ਨੇ। ਇੱਕ ਆਪਾਂ Q1 ਕੱਢਤਾ था, एक ਆਪਾਂ Q3 ਕੱਢਤਾ था, Q2 ਤਾਂ ਨਹੀਂ ਕੱਢਿਆ था ਬਿਕੋਜ਼ ਉਹ ਮੀਡੀਅਨ ਹੀ ਬਣਦੀ ਹੈ। ਇਸੇ ਤਰ੍ਹਾਂ ਅਗਰ ਆਪਾਂ ਡਿਸਾਈਲ 'ਚ ਆਵਾਂਗੇ, ਉੱਥੇ ਫਾਰਮੂਲਾ ਸੇਮ ਹੋਏਗਾ, ਥੋੜਾ ਜਿਹਾ ਫਰਕ ਹੋਏਗਾ ਫਾਰਮੂਲੇ 'ਚ। दैट इज की साइज ऑफ करांगे आप n+1/10। कल आप n+1/4 कर थे, सो याद होगा क्वार्टाइल का फॉर्मूला आप कल किया है। वो जो फॉर्मूला था कि पहला n+1/4, दूसरा फॉर्मूला था 3 टाइम n+1/4। एक Q1 का फॉर्मूला है, एक Q3 का फॉर्मूला है। ठीक है जी, ये लोअर क्वार्टाइल का, अपर क्वार्टाइल का। और जो रेंज कटनी थी इंटर क्वार्टाइल रेंज, का आंसर था Q3 माइनस Q1। जो क्वार्टाइल डेविएशन करनी थी, तो आंसर था Q3 माइनस Q1/2। और जो कोफिशिएंट करना था आपने, कोफिशिएंट ऑफ क्वार्टाइल डेविएशन करना था, तो आंसर था Q3 माइनस Q1 ओवर Q3 प्लस Q1। होपफुली तुम सारा याद होएगा। ये सारा आपने क्वार्टाइल कटा था, कल का टॉपिक था ये। और अगर किसी ने आज YouTube पे पहली बार वीडियो देख रहे हो, तो प्लीज इस तो एक पहले वाली वीडियो है, उस जाके तुम क्वार्टाइल समझ सकते हो अच्छी तरह। क्योंकि एक पूरा लेक्चर मैं क्वार्टाइल चलाया, आज का पूरा लेक्चर डिसाइल ते परसेंटाइल ते होगा। सो प्लीज अगर एक बार किसी डाउट है ये चीज, तो एक कल लेक्चर देख लो, और जिन्होंने कर लिया है एक बार और जरूर देख लो दोबारा, ताकि तुम्हें समझ आ जाएगा। ठीक है जी, आज आप शुरुआत करेंगे डिसाइल नाल। सो हेडिंग पा लो क्लास डिसाइल्स। डिसाइल डिसाइल नाम तो पता चल रहा है कि आप 10 पार्ट्स बंटांगे, राइट। अपने को कल सीरीज थी, क्वार्टाइल सीरीज थी। क्वार्टाइल सीरीज में आप डिवाइड कर रहे थे, अगर आप गल करिए 4 पार्ट्स, और आप 10 पार्ट्स डिवाइड करेंगे। इट्स वेरी सिंपल। सो अगर अपना फॉर्मूला चलेगा डिसाइल का, सपोज आपने कोई D1 कटना है, तो फॉर्मूला हो जाएगा साइज ऑफ किस चीज का, साइज ऑफ n नंबर जो होएगा +1/10 हो जाएगा। सपोज आपने D4 कटना है, तो इसका फॉर्मूला हो जाएगा साइज ऑफ 4 टाइम n+1/10। आप सपोज D7 कटना है, ठीक है, 4 बेटा D7 कटना है, तो हो जाएगा साइज ऑफ 7 टाइम n+1/10। ठीक है, D9 तक जा सकते हैं मैक्सिमम, D1 तो लेके 9 तक, D9 तक जाओगे, फॉर्मूला हो जाएगा साइज ऑफ 9 टाइम n+1/10। सो इस तरीके नाल आप डिसाइल कैलकुलेट कर सकते हैं। सो प्लीज जेडे हुन आज जुड़े हो यूट्यूब पे या लॉन्च पैड आई है चैनल पे, तो प्लीज नोट डाउन करो फॉर्मूलाज कि D1 D4 D7, कुछ भी D5 भी आ सकता है और D6 भी आ सकता है। मतलब एक रैंडम नंबर लिया, अगर उरे 1 आया है तो ऑब्वियस गल है उरे 1 है, ठीक है, और कुछ नहीं है 1 है। अगर 4 है तो 4 है, 5 है तो 5 है, 6 है तो 6 है, 7 है तो 7 है, 9 है तो 9 है। एक चीज फिक्स रहेगी, दैट इज डिसाइल च n+1/10 बाहर एक नंबर n। ਹੁਣ ਤੁਸੀਂ ਜਿਹੜਾ डिसाइल करना है वो नंबर पुट कर दियो, यू विल गेट द राइट आंसर। प्लीज चेक करो ये चीज समझ आई कि नहीं आई। फिर ਆਪਾਂ कैलकुलेशन ਵੱਲ ਵਧੀਏ। एज यू ऑल नो जो अपनी यूएसपी क्लास ਦੀ ਕਿ ਆਪਾਂ ਤਿੰਨੋਂ केसेस ਕਰਾਂਗੇ, ਚਾਹੇ ਇੱਕ ਲੈਕਚਰ ਹੋਰ ਐਕਸਟਰਾ ਲੱਗ ਜਾਏ, ਮੈਨੂੰ ਤਾਂ ਕੋਈ ਚੱਕਰ ਨਹੀਂ ਹੁੰਦਾ। ਮੈਨੂੰ ਹੁੰਦਾ ਕਿ ਜੋ ਕਰ ਰਹੇ ਆ ਬਹੁਤ ਅੱਛੀ ਤਰ੍ਹਾਂ ਕਰੀਏ। ਉਹਦੇ ਵੀ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜਦੋਂ ਆਪਾਂ डिसाइल कैलकुलेट ਕਰਾਂਗੇ, ਤਾਂ ਆਪਣੇ ਕੋਲ ਤਿੰਨ ਕੇਸਿਸ ਬਣेंगे। ਉਹੀ ਇੱਕ XI ਹੋਊਗਾ, ਇੱਕ XI FI ਹੋਊਗਾ, ਇੱਕ ਇੰਟਰਵਲਸ ਹੋਣਗੇ। ਸੋ ਆਪਾਂ ਪਹਿਲੇ ਕੇਸ ਸ਼ੁਰੂ ਕਰਨ ਜਾ ਰਹੇ ਹਾਂ, ਪਰ ਇੱਕ ਵਾਰੀ ਮੈਨੂੰ ਜਸਟ ਇੱਕ ਵਾਰੀ ਰਿਪਲਾਈ ਬੈਕ ਕਰ ਦਿਓ ਜਿਹੜੇ ਆਨਲਾइन ਹੋ ਤੇ ਆਫਲਾइन ਵਾਲੇ, कि तुम्हें चीज समझ आ गई है कि डिसाइड करना क्या होता है। कुछ नहीं है, किसी सीक्वेंस में 10 इक्वल पार्ट्स डिवाइड कर रहे हो और डिसाइड हो जाएगा। 4 इक्वल पार्ट्स बंटोगे वो क्वार्टाइल हो जाएगा, 100 पार्ट्स डिवाइड करोगे परसेंटाइल हो जाएगा। सो अल्टीमेटली ਤੁਹਾਨੂੰ खुद आइडिया हो गया होगा कि ਜਦੋਂ ਤੁਸੀਂ क्वार्टाइल ਕੱਢਣਾ है ਤਾਂ बस ਉਹਦੇ 4 याद रखना है, डिसाइल ਕੱਢਣਾ है ਉਹਦੇ 10 याद रखना है, और परसेंटाइल ਕੱਢਾਂਗੇ ਉਹਦਾ 100 हो जाएगा। बाकी ਜਿਹੜੇ ਨੰਬਰ ਦਾ ਕੱਢੋਗੇ ਉਹ ਨੰਬਰ ਦਾ ਅੱਗੇ ਆ ਜਾਏਗਾ। ਜਿਵੇਂ D4 ਕੱਢ ਰਹੇ ਹੋ ਤਾਂ 4 टाइम n+1/10 हो जाएगा। अगर D7 ਕੱਢ ਰਹੇ ਹੋਗੇ ਤਾਂ 7 टाइम n+1/10 हो जाएगा। हाँ जी क्लास सब लोग क्लियर थे? आगे बढ़िए, क्वेश्चन करिए पहला आज का स्क्वायर रूट। सो होपफुली समझ में आ गया होगा। हाँ जी, गुड, वेरी गुड। ओके क्लास, लेट्स हैव फर्स्ट क्वेश्चन ऑफ टुडे। पहला क्वेश्चन, तो आपने कुछ नंबर है लाइक 35 42 40 28 15 23 33 20 18 28। ठीक है, ओके डन। ठीक है जी, ਇਸ ਦਾ मैंने डिसाइल ਕੱਢਨੇ ਹੈ एग्जाम ਚ ਕਿਤੇ ਕਿਹਾ ਗਿਆ ਮੈਨੂੰ
कि D3 कड्डो D5 कड्डो। कैलकुलेट कैलकुलेट डिसाइल D3 एंड D5, ये दो डिसाइल मैंने कैलकुलेट करने हैं। ओके, गल समझ आ गई। सो पहला पॉइंट कि मैं कैलकुलेट करांगे, सब तो पहला चाहे मीडियन कड्डनी है, ਆਪਾਂ ਕੱਲ ਵੀ ਗੱਲ ਕੀਤੀ थी, ਚਾਹੇ मीडियन कड्डनी है, ਚਾਹੇ ਤੁਸੀਂ ਕੁਆਟਾਈਲ ਕੱਢਣਾ ਹੈ, ਚਾਹੇ ਡਿਸਾਈਲ ਕੱਢਣਾ ਹੈ, योर सीक्वेंस शुड बी अरेंज्ड इन असेंडिंग ऑर्डर। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, योर सीक्वेंस अरेंज इन असेंडिंग ऑर्डर। सो सबसे पहले अगर आप नंबर देखिए, अच्छी आ रहा है तो नंबर 15 आ रहा है, 15 तो नेक्स्ट आ रहा है 18, 18 तो नेक्स्ट आ रहा है 20। ठीक है, 20 तो नेक्स्ट आ रहा है 23, 23 तो नेक्स्ट आ रहा है नंबर 28। सब दिख रहा है बोर्ड पे 28। उस तो नेक्स्ट नंबर आ रहा है कैलकुलेट 28 दो बार ही आ रहा है, कोई गल नहीं, अपने को नंबर रिपीट कर सकता है। ठीक है, 28 दो बार ही आ रहा है। देन उस तो ऊपर का नंबर है, देन नंबर है 33। ठीक है जी, देन 33 तो बाद 33 तो बाद नंबर ऊपर है 35। ठीक है, 35 तो ऊपर है 40, देन 42। होपफुली देखना, चेक करो सारे रेंज हो गए, 1 2 3 4 5 6 7 8 9 10, 10 नंबर्स ने 10 10 नंबर रेंज हो गए। हाँ जी सर हो गए। तो कभी भी क्वार्टाइल कटना है, डिसाइल कटना है या मीडियन कटनी है, सब तो पहला आप अरेंज करांगे नंबर सीरीज नो। अगर अपने को अनग्रुप डाटा है या एक इंडिविजुअल सीरीज है, कभी भी इंडिविजुअल सीरीज डाटा आएगा ਆਪਾਂ ਨੂੰ ਅਰੇਂਜ ਕਰਾਂਗੇ ਇੱਕ ਅਸੈਂਡਿੰਗ ਆਰਡਰ ਚ। ਕਰਤਾ ਅਸੈਂਡਿੰਗ ਆਰਡਰ ਚ ਅਰੇਂਜ ਕਰਨ ਤੋਂ ਬਾਅਦ ਆਪਾਂ ਕੈਲਕੂਲੇਟ ਕਰਾਂਗੇ n ਕਿੰਨਾ ਆ ਰਿਹਾ ਹੈ। ਹੁਣ ਅਗਰ ਮੈਂ D3 ਕੱਢਣਾ ਹੈ ਤਾਂ ਮੇਰਾ ਫਾਰਮੂਲਾ ਹੋ ਜਾਏਗਾ 3 टाइम n प्लस 1 बाय 10। ठीक है, और इतने मेरे को जो n है D3 ਕੱਢਣਾ मैंने, D3 का फॉर्मूला हो जाएगा 3 टाइम n प्लस 1 बाय 10। और जो इतने मेरे को n है वो हो जाएगा 10 इंडिविजुअल सीरीज च। ਜਿਹੜਾ n ਹੁੰਦਾ ਹੈ ਇੰਡੀਵਿਜੂਅਲ ਸੀਰੀਜ਼ ਦੇ ਵਿੱਚ, ਜਿਹੜਾ n ਹੁੰਦਾ ਹੈ ਉਹ ਕਿਆ ਹੁੰਦਾ ਹੈ, ਕਾਊਂਟਿੰਗ ਆਫ ਦਾ ਆਬਜ਼ਰਵੇਸ਼ਨਸ ਜਿਹਨੇ ਦਿੱਤੀਆਂ ਹੋਈਆਂ ਨੇ ਆਪਾਂ ਨੂੰ। ਸੋ ਇੱਥੇ ਆਪਣੇ ਕੋਲ ਅਗਰ ਆਪਾਂ ਦੇਖੀਏ ਤਾਂ ਆਨਸਰ ਬਣੇਗਾ 3 टाइम 10 प्लस 1 बाय 10, विच इज अगर आप देखिए 3 इंटू 11 बाय 10, 33 बाय 10, विच इज 3.3। चेक करना प्लीज क्लास। हाँ जी सुनील जी, वेरी गुड। फिर बाकी चेक करो। ओके है जी, सबनों क्लियर है, चेक कर लो प्लीज एक बारी। ठीक है जी, ठीक है, गुड। ਇਹਦਾ मतलब क्या हो जाएगा, पढ़ा था, ਇਹਦਾ मतलब हो जाएगा ਹੁਣ थर्ड टर्म प्लस 0.3 टाइम फोर्थ टर्म माइनस थर्ड टर्म। ठीक है, ये अप्रोक्सीमेटली थर्ड टर्म भी ले सकते हैं क्योंकि 3.5 छोटा ही है, पर कोई गल आप प्रॉपर वेट लिखांगे। तो अपने को लगा 23/10, पॉइंट आके 10 लगा लिया। फोर्थ टर्म अपने को है 1 2 3 4, फोर्थ टर्म है 23 और थर्ड टर्म अपने को है 20। सो बेसिकली 20 प्लस 3/10, 20 प्लस 3/10 into 3, 3 3 are 9, 9/10, 20.9 is the correct answer. चेक करो प्लीज। हाँ प्लीज चेक करो। ठीक है संजीव जी, वेरी गुड। हाँ जी क्लास ओके, सब लोग प्लीज समझ आ गया, चेक कर लो। कोई डाउट है तो बोल सकते हो, अदरवाइज आप आगे बताएंगे।
ठीक है ਜੀ। ਸੋ ਹੋਪਫੁਲੀ क्या ਕੀਤਾ ਆਪਾਂ ਨੇ, ਆਪਾਂ ਡਿਸਾਈਲ ਤੇ ਟੌਪਿਕ ਚੱਲ ਰਿਹਾ ਆਪਣਾ। ਡਿਸਾਈਲ ਦੇ ਵਿੱਚ ਕੀ ਹੁੰਦਾ ਆਪਣੇ ਕੋਲ ਇੱਕ ਸੀਕੁਐਂਸ ਆਇਆ ਥਾ, ਉਹ ਚ ਕਿੰਨੇ ਮਰਜ਼ੀ ਨੰਬਰ ਹੋ ਸਕਦੇ। ਇਟਸ ਨੋਟ ਐਸੀ ਕਿ ਡਿਸਾਈਲ 10 ਹੋਣਗੇ, 10 ਹੋ ਸਕਦੇ ਆ, 20 ਹੋ ਸਕਦੇ ਆ, 22 ਹੋ ਸਕਦੇ ਆ, 21 ਹੋ ਸਕਦੇ ਆ, 15 ਹੋ ਸਕਦੇ ਆ, 14, ਕਿੰਨੇ ਮਰਜ਼ੀ ਨੰਬਰ ਹੋ ਸਕਦੇ ਆ। ਸੋ ਆਪਣੇ ਕੋਲ ਸਿੰਪਲੀ ਕਰਨਾ ਕੀ ਹੁੰਦਾ ਹੈ, ਠੀਕ ਹੈ ਸਰ, ਆਪਣੇ ਕੋਲ ਕੁਝ ਨੰਬਰ ਦਿੱਤੇ ਹੋਣਗੇ, ਵੀ ਵਿਲ ਅਰੇਂਜ them ਇਨ ਦਾ ਅਸੈਂਡਿੰਗ ਆਰਡਰ। ਸਭ ਤੋਂ ਪਹਿਲਾਂ ਉਹਨਾਂ ਨੰਬਰਸ ਨੂੰ ਆਪਾਂ ਅਸੈਂਡਿੰਗ ਆਰਡਰ ਚ ਅਰੇਂਜ ਕਰਾਂਗੇ। ਓਕੇ, ਅਸੈਂਡਿੰਗ ਆਰਡਰ ਚ ਅਰੇਂਜ ਕਰਤਾ, ਫਿਰ ਆਪਾਂ D3 ਕਿਹਾ था ਉਹਨਾਂ ਨੇ, ਤਾਂ D3 ਵਾਸਤੇ ਅਪਰੋਚ ਕਿਆ ਲਗਾਈ, D3 ਵਾਸਤੇ ਅਪਰੋਚ ਲਗਾਈ 3 टाइम n+1/10, 3 टाइम यानी कि अपने को काउंटिंग 10, 10+1/10, 10 इन +1 11, 11 to 33, 33 10 में करांगे 3.3 आ जाएगा। सो विच मीन थर्ड टर्म प्लस 0.3 टाइम्स 4 माइनस थर्ड टर्म, एक काली चल चीज है। थर्ड टर्म कितनी अपने को 1 2 3 20 है, प्लस 3/10, फोर्थ टर्म कितनी है 23 माइनस 20। सो अपने को आंसर आ जाएगा इस तरीके ਨਾਲ। सो उस तो बाद अपने को सिंपल कैलकुलेशन करते हुए 20.3 आंसर 9 आंसर आ गया। प्लीज किसी डाउट है तो बोल सकते हो, अगर आप आगे बढ़िए। ਹੁਣ ਆਪਾਂ D5 ਕੈਲਕੂਲੇਟ ਕਰ ਲਈਦੇ ਵਿੱਚ ਇੱਕ ਵਾਰੀ। ਹਾਂਜੀ ਆਨਲਾਈਨ ਕਲਾਸ ਦੇਖੋ ਸਮਝਾਇਆ ਕਿ ਨਹੀਂ ਆਇਆ, ਪਲੀਜ਼ ਕਿਸੇ ਨੂੰ ਡਾਊਟ ਹੈ, ਚਾਹੇ ਆਨਲਾइन ਆਫਲਾइन, ਕਿਸੇ ਨੂੰ ਡਾਊਟ है प्लीज बोलो क्विक। मेरे ख्याल ਤਾਂ इजी ਕੰਮ है। ਹਾਂਜੀ ਬਾਕੀ संजीव जी ओके है, गुड। बाकी ਜਿਹੜੇ ਆਨਲਾइन हो भाई आ गया समझ, डाउट है इस चीज ਚ। ਸਿੰਪਲ ਡਿਸਾਈਲ ਵੀ ਕੁਆਟਾਈਲ ਤਰ੍ਹਾਂ ਹੀ ਹੈ, ਬਸ ਕੱਲ ਆਪਾਂ ਨੇ ਇੱਕ ਉੱਥੇ 4 ਲਗਾਇਆ था, ਇੱਥੇ ਇੱਕ 10 ਲਗਾਤਾ, ਇੰਨਾ ਕੁ ਫਰਕ ਪਿਆ ਮੇਰੇ ਅਕੋਰਡਿੰਗ ਤਾਂ। ਠੀਕ ਹੈ ਤੁਸੀਂ ਦੱਸੋ ਤੁਹਾਨੂੰ ਕੋਈ ਡਾਊਟ ਹੋਰ ਲੱਗਿਆ। ओके चलिए अगे जी फिर। हाँ जी ऑफलाइन किसी डाउट है थे, नहीं ऑनलाइन सब में ओके। चलो अगर आप इसे D5 कैलकुलेट करांगे हम इसी क्वेश्चन का, D5 कैलकुलेट करांगे तो D5 हो जाएगा 5 टाइम n+1/10। तब 5 टाइम यानी कि अपने को 10+1/10, अगर कटना कट लो कोई गल नहीं, 5 बजा 5, 5 2 10, 10+1/2 5.5, क्योंकि हो जाएगा 11/2, 5.5 आ गया। 5.5 का मतलब हो गया फिफ्थ टर्म प्लस 0.5 टाइम सिक्स टर्म माइनस फिफ्थ टर्म। सो फिफ्थ टर्म कितनी अपने को अपनी 1 2 3 4 5, ठीक है। फिफ्थ टर्म है 28, 5/10, ठीक है। 0.5 का मतलब 5/10। सिक्स टर्म कितनी है 28, ठीक है। फिफ्थ टर्म कितनी है देखो, 1 2 3 4 5 6, पंजवी और छठवीं टर्म दोनों सेम नहीं मेरे ख्याल ना। 28 प्लस सेम माइनस सेम 0 कट गया 0, 28 आंसर होगा। मेहरम प्लीज चेक करना आंसर जिन्हों का चेंज आया थोड़ा जा। हाँ जी 28 गुड संजीव जी, चेक करो प्लीज बोर्ड से कैलकुलेशन सामने बिल्कुल। कोई डाउट है तब प्लीज बोलो, अगर ओके है तो चलते हैं आगे। हाँ जी ठीक है मैडम वेरी गुड। जयवीर तेन आ गया समझ। ठीक है गुड, सब आंसर ठीक है, शाबाश। ऑफलाइन ओके है, चेक करो। कोई डाउट आ रहा था बोलो प्लीज, नहीं आ रहा था फिर आप आगे बढ़ते हैं। ठीक है जी डन, नोट कर लिया होगा सबने। एक क्वेश्चन और कर ली है ना, मैं लगता थोड़ा ज्यादा बेटर अंडरस्टैंडिंग हो जाएगी, फिर अगे बंदा फायदा है। हाँ जी चलो नेक्स्ट देखते हैं। सो होपफुली क्लियर हो गया, दोबारा देख सकते हैं किसी ने आप पूछना है। तो करना ਕੀ ਹੋਏਗਾ, डिसाइड करना होगा जो ਆਪਾਂ सीक्वेंस अरेंज ਕਰਾਂਗੇ, सीक्वेंस ਨੂੰ अरेंज करके ठीक है कैलकुलेट कर लांगे और डिसाइड कैलकुलेट कर लांगे। डिसाइड ਚ ਆਪਾਂ ਦੱਸਾਂਗੇ D5 ਕਰਨਾ ਹੈ, D3 ਕਰਨਾ ਹੈ, D4 ਕਰਨਾ ਹੈ, D6 ਕਰਨਾ ਹੈ, ਕਿਉਂਕਿ ਕੋਟਾਈਲ ਚ ਫਿਰ ਵੀ ਪਤਾ ਹੁੰਦਾ ਦੋ ਹੀ ਕੱਢ ਦਿੰਦੇ Q1 ਤੇ Q3 ਨਹੀਂ ਦਿੱਤਾ ਹੋਊਗਾ, ਪਰ ਡਿਸਾਈਡ ਦੇ ਵਿੱਚ ਸ਼ੋਰਲੀ ਦੇ ਵਿਲ ਗਿਵਨ ਯੂ ਕਿ ਤੁਸੀਂ ਕਿਹੜਾ ਡਿਸਾਈਡ ਕਰਨਾ ਹੈ। ਓਕੇ ਸੋ ਲੈਟਸ ਸਟਾਰਟ। नेक्स्ट क्वेश्चन देखो प्लीज क्लासेस पे। कैलकुलेट D7 and D9 for the following ऑब्जर्वेशन। फॉलोइंग ऑब्जर्वेशन आप कैलकुलेट करते हैं, कुछ दिया हुआ यहाँ पर
ठीक है जी। क्लास हेलो। ਤੁਹਾਡੇ ਕੋਲ ਕੁਝ ਆਬਜ਼ਰਵੇਸ਼ਨ ਆ ਗਈਆਂ ਪਹਿਲਾਂ ਹੀ ਅਸੈਂਡਿੰਗ ਆਰਡਰ में किया जान के, ताकि ਤੁਹਾਨੂੰ ਆਈਡੀਆ ਹੋ ਜਾਏਗਾ अच्छी तरह। सो होपफुली सब विजिबल है, प्रॉपरली समझ आ रहा है। अपने को क्वेश्चन की है कैलकुलेट करने आपने D7 ਤੇ D9 फॉर द फॉलोइंग ऑब्जर्वेशन। डिसाइड टॉपिक चल रहा है, ਤੁਹਾਨੂੰ ਸਭ ਨੂੰ ਯਾਦ ਧਿਆਨ ਹੋਣਾ ਚਾਹੀਦਾ ਹੈ। ਆਪਣੇ ਕੋਲ ਸੀਕੁਐਂਸ ਦਿੱਤੇ ਹੋਏ ਨੇ, ਤਾਂ D7 ਦਾ ਫਾਰਮੂਲਾ ਹੋਏਗਾ 7 टाइम n प्लस 1/10, और D9 ਦਾ ਫਾਰਮੂਲਾ ਹੋਏਗਾ 9 टाइम n प्लस 1/10। ठीक है, ਗੱਲ ਸਮਝ ਆ ਗਈ। ਇੱਥੇ ਆਪਣੇ ਕੋਲ n ਕਿੰਨਾ ਹੈ ਆਪਾਂ ਦੇਖਾਂਗੇ। ਇੱਥੇ n ਹੈ 1 2 3 4 5 6 7 8 9 10 11 12। n 12 ਹੋ ਗਿਆ, ਤਾਂ ਇਹ ਹੋ ਗਿਆ D7 ਆਪਾਂ ਕੱਢਾਂਗੇ ਇੱਥੇ 7 टाइम 12 प्लस 1/10। 7 इंटू 12 13, 13/10 93, 93/10 विच इज 9.1। ठीक है जी, 9.1 मतलब 9 टर्म प्लस 0.1 टाइम 10th टर्म माइनस 9th टर्म। ਹੁਣ 9 टर्म कितनी है दी चेक कर ली प्लीज। 1 2 3 4 5 6 7 8 9, 9 टर्म है 55 प्लस 0.1। ठीक है, अगर 9 टर्म 55 है तो 10th ऑब्वियस गला 60 माइनस 9 टर्म 55। सो 55 प्लस 1/10, क्यों सर पॉइंट लगा 10 लगता है, 60 जो 55 गई 5। ठीक है, 5/10, सो 55.5 आंसर आ जाएगा। प्लीज चेक कर लो, ये D7 की वैल्यू है। हाँ जी क्लास, थोड़ा देखो चंगी तरह आया समझ। थोड़ा स्लो लग रहा है मैंने, चक्कर है संडे का इफेक्ट है। हाँ जी, थोड़ा मोटिवेटेड जो रहो इस चीज से, और कैलकुलेशन से ध्यान दो। मैं कैलकुलेशन बहुत आराम ਨਾਲ कराना हूं ना, मैंने यही ਹੁੰਦਾ कि कैलकुलेशन आराम ਨਾਲ हो जाए। ठीक है, पर थोड़ा मोटिवेटेड रहो और थोड़ा वर्कआउट करो इस चीज से। थोड़ा संडे के थोड़ा लेजी लेजी लग जाओ मैंने, रिस्पॉन्स बहुत स्लो आ रहा है सबका आज। कोई समझने में दिक्कत आ रही है, कोई डाउट है तो दस सकते हो। मेरे अकॉर्डिंग तो सेम चीज चल रही है। देखो आंसर आया समझ के नहीं आया। हाँ जी, क्विक रिप्लाई करो मैंने, पता सही चलूंगा कि समझ आया कि नहीं आया। ऑनलाइन हाँ जी, ऑफलाइन देखो चैनल समझ आ गया। ओके ठीक है जी, बाकी देखो ये जो बाकी ऑनलाइन हो देखो समझ आया। सो करना क्या है, कुछ भी नहीं करना अपने को, सीक्वेंस था सीक्वेंस ਨੂੰ अरेंज करना है। जे ऑलरेडी अरेंज सीक्वेंस है बस फिर काउंट करना है। ठीक है जी, काउंट किया अपने, काउंट करके अपने को लगा 12, तो D7 करना था। तो D7 ਦੇ ਵਾਸਤੇ कैलकुलेशन के चलेंगे। एन के अपने को दिखता है 12, और 12 प्लस 1 13, 13 तो 97, 97/10 9.1। 9.1 होके कि मैं कैलकुलेट करांगे 9 टर्म प्लस 0.1 टाइम 10th टर्म माइनस 9 टर्म। प्रॉपर स्टेप लिख सकते हो। 9 टर्म की वैल्यू आ गई 55, 0.1 टाइम 10 माइनस 9 सॉल्व करके यू विल गेट द राइट आंसर। सो चेक करो, कोई डाउट है इतने तक का? क्लियर सबनू? ठीक है जी, गुड। तो मैंने D9 का आंसर करके दिखाओ, जिन्हें लगा क्लियर हो गया। कैलकुलेट फॉर D9। D9 के लेगा 9 प्लस एन कितना अपने को, एन है अपने को 12, 12 प्लस 1/10 13, 13 9 जा अगर आप पकड़ 13 117/10, सो 11.7। चेक करो ही बन रहा है। 11.7 का मतलब है 11th टर्म प्लस 0.7 टाइम 11 माइनस 12 माइनस 11 टर्म, यही चलूंगा 12 माइनस 11 टर्म। ठीक है जी, 11 टर्म की नहीं अपनी सीक्वेंस थी 70 प्लस 7/10। 12th टर्म है अपने को 80, और 11 टर्म है अपने को 70। सो 70 प्लस 7/10, चेक कर लो कितना 7/10। 80 जो 70 गया 10, 10 और 10 कट गया। सो 70 प्लस 7, 77 आंसर आ जाएगा। प्लीज चेक करो। हाँ जी, गुड वेरी गुड। हम थोड़ा दिखाए ना मोटिवेशन जी, थोड़ी स्पीड दिखाओ ताकि मैंने भी आइडिया है कि हाँ सही चल रहे हो। देखो चेक कर लो प्लीज। सो इस तरीके ਨਾਲ डिसाइल कैलकुलेट हो सकता है। ठीक है जी, वेरी गुड संजीव जी। कंसेप्ट क्लियर होया डिसाइल ਦਾ। सो डिसाइल ਦਾ कंसेप्ट सिंपल चीज है, और सिंपल चीज की है कि ਤੁਹਾਡੇ ਕੋਲ एक सीक्वेंस होएगा। ठीक है, सीक्वेंस आ गया
सीक्वेंस ਨੂੰ ਅਰੇਂਜ ਕਰਾਂਗੇ ਓਕੇ ਅਰੇਂਜ ਕਰਤਾ ਜੇ ਆਲਰੇਡੀ ਅਰੇਂਜਡ ਹੈ ਫਿਰ ਸਿੰਪਲ ਕੀ ਕਰਨਾ ਹੈ ਜੇ ਆਲਰੇਡੀ ਅਰੇਂਜ ਹੁੰਦਾ ਹੈ ਫਿਰ ਆਪਾਂ ਨੇ ਕਰਨਾ ਹੁੰਦਾ ਕਿ ਠੀਕ ਹੈ ਅਰੇਂਜ ਡਾਟਾ ਹੈ ਕਾਊਂਟ ਕਰੋ n ਨੂੰ n ਕਾਊਂਟ ਕਰਕੇ ਫਾਰਮੂਲਾ ਹੈ ਡਿਸਾਈਲ ਦਾ n ਬਾਈ n plus 1 by 10 ठीक है इनटू नंबर ਜਿਹੜਾ ਡਿਸਾਈਲ ਵੀ ਹੈ 4th ਹੈ 5th ਹੈ 7th ਹੈ 9th ਹੈ ਉੱਥੋਂ ਇੱਕ ਵੈਲਿਊ ਆਏਗੀ ਉਹ ਵੈਲਿਊ ਨੂੰ ਅੱਗੇ ਮੈਂ ਸੋਲਵ ਕਰ ਲਓ ਯੂ ਵਿਲ ਕਲੀਅਰਲੀ ਹੈਵ ਅ ਆਈਡੀਆ ਆਫ ਡਿਸਾਈਲਸ ਵੈਸੇ ਡਿਸਾਈਲ ਇੱਕ ਇੰਪੋਰਟੈਂਟ ਟੌਪਿਕ ਚ ਨਹੀਂ ਆਂਦਾ ਮੋਸਟ ਇੰਪੋਰਟੈਂਟ ਟੌਪਿਕ ਜਿਹੜੇ ਹੈਗੇ ਨੇ ਹੁਣ ਆਪਣੇ ਕੋਲ ਕੀ ਹੋ ਗਿਆ ਅਪਰੋਕਸੀਮੇਟਲੀ ਹਾਫ ਸਿਲੇਬਸ ਕਵਰ ਹੋ ਚੁੱਕਿਆ ਅੱਜ ਦਾ ਅੱਜ ਦੀ ਕਲਾਸ ਤੋਂ ਬਾਅਦ ਇਹ ਹੋ ਜਾਊਗਾ ਥੋੜਾ ਮੀਨ ਮੀਡੀਅਨ ਮੋਡ वेरिएंस स्टैंडर्ड डेविएशन मीन डेविएशन क्वार्टाइल डिसाइल परसेंटाइल मैं कोशिश करूंगा खत्म करके जाऊंगा ਇਹ ਚੀਜ਼ਾਂ ਖਤਮ ਹੋ ਜਾਣਗੀਆਂ ਇਹਦੀ ਤੁਹਾਨੂੰ ਅੱਜ ਅਸਾਈਨਮੈਂਟ ਮਿਲ ਜਾਏਗੀ ਗਰੁੱਪ ਦੇ ਵਿੱਚ ਠੀਕ ਹੈ ਆਫਟਰ ਦਾ ਲੈਕਚਰ ਤੁਹਾਡੇ ਟੈਲੀਗ੍ਰਾਮ ਗਰੁੱਪ ਜਾਂ WhatsApp ਗਰੁੱਪ ਜਾਂ ਜਿਹੜਾ ਵੀ ਲਾਂਚ ਪੈਡ ਆਈਏਐਸ ਨੇ ਗਰੁੱਪ ਬਣਾਇਆ ਹੋਇਆ ਹੈ ਤੁਹਾਨੂੰ ਉਹਦੇ ਵਿੱਚ ਵੈਸੇ ਟੈਲੀਗ੍ਰਾਮ ਗਰੁੱਪ ਤੁਹਾਡੇ ਚੈਨਲ ਦੇ ਵਿੱਚ ਮਿਲ ਜਾਏਗੀ ਅੱਜ ਦੀ ਪ੍ਰੈਕਟਿਸ ਸ਼ੀਟ ਇਹਦੀ ਪ੍ਰੈਕਟਿਸ ਕਰਿਓ ਹਾਫ ਸਿਲੇਬਸ ਤੁਸੀਂ ਮੰਨ ਸਕਦੇ ਹੋ ਇਸ ਤੱਕ ਕਵਰ ਹੈ ਤੁਹਾਡੇ ਸਟੈਟਸ ਦਾ ਔਰ ਮੇਜਰ ਪੋਰਸ਼ਨ ਜੋ ਹੈ ਉਹ ਹੈ ਤੁਹਾਡਾ ਮੇਨ ਮੀਡੀਅਨ ਮੋਡ ਸਟੈਂਡਰਡਾਈਜੇਸ਼ਨ ਵੇਰੀਐਂਸ ਤੱਕ ਠੀਕ ਹੈ ਜੀ ਬਾਕੀ ਟੌਪਿਕ ਤਾਂ ਕਰ ਰਹੇ ਹਾਂ ਆਪਾਂ ਡਿਸਾਈਲ ਵਗੈਰਾ ਆ ਸਕਦੇ ਨੇ ਇਸ ਤੋਂ ਅਗਲੇ ਟੌਪਿਕ ਇੰਪੋਰਟੈਂਟ ਹੋਣਗੇ ਕੋਰਿਲੇਸ਼ਨ ਰਿਗਰੈਸ਼ਨ ਠੀਕ ਹੈ ਜੀ ਉਹ ਆਪਾਂ ਚੰਗੀ ਤਰ੍ਹਾਂ ਡਿਟੇਲ ਚ ਕਰਾਂਗੇ ਅਗਲੀ ਕਲਾਸ ਜਿਹੜੀ ਮੇਰੀ ਹੋਏਗੀ ਉਸ 'ਚ ਆਪਾਂ ਡਿਸਕਸ ਹੀ ਕੋਰਿਲੇਸ਼ਨ ਤੇ ਰਿਗਰੈਸ਼ਨ ਕਰਨਾ ਹੈ ਰਿਗਰੈਸ਼ਨ ਕਰਵ ਕੀ ਹੁੰਦੀ ਹੈ ਕੋਰਿਲੇਸ਼ਨ ਕੀ ਹੁੰਦਾ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ ਕੀ ਹੈ ਉਸ ਤੇ ਆਪਾਂ ਕੰਮ ਕਰਾਂਗੇ ਸੋ ਇਹ ਟੌਪਿਕ ਇੰਪੋਰਟੈਂਟ ਨਹੀਂ ਆਪਾਂ ਕਹਿ ਸਕਦੇ ਬਟ ਹਾਂ ਕੁਝ ਨਹੀਂ ਪਤਾ ਚੱਲਦਾ ਜਦੋਂ ਅਗਲੇ ਨੇ ਸਟੈਟਿਸਟਿਕਸ ਮੈਂਸ਼ਨ ਕੀਤਾ ਹੋਇਆ ਤਾਂ ਆ ਸਕਦਾ ਹੈ ਕਿਉਂਕਿ ਹੁਣ ਤੱਕ ਅਗਰ ਆਪਾਂ ਦੇਖੀਏ ਜ਼ਿਆਦਾਤਰ ਉਹਨਾਂ ਦਾ ਫੋਕਸ ਮੀਨ ਮੀਡੀਅਨ ਮੋਡ ਤੇ ਰਿਹਾ ਹੈ ਤਾਂ ਕਿਆ ਪਤਾ ਇਸ ਵਾਰੀ ਜਿਹੜਾ ਫੋਕਸ ਰਹੇ ਉਹ ਡੈਸੀਮਲ ਤੇ ਆ ਜਾਏ ਡਿਸਾਈਲ ਤੇ ਆ ਜਾਏ ਬੱਚੇ ਤਿਆਰੀ ਕਰਕੇ ਨਾ ਜਾਣ ਕਿ ਠੀਕ ਹੈ ਹੁਣ ਤੱਕ ਆਇਆ ਤਾਂ ਹੈ ਨਹੀਂ ਜਾਂ ਲੀਸਟ ਇੰਪੋਰਟੈਂਟ ਹੈ ਚਲੋ ਆਪਾਂ ਸਕਿਪ ਕਰ ਦਿੰਦੇ ਆ ਕਿਆ ਪਤਾ ਇਸ ਵਾਰ ਦੇ ਕਲਾਸ 'ਚ ਔਰ ਇਸ ਵਾਰ ਦੇ ਪੇਪਰ 'ਚ ਉਹਨਾਂ ਨੇ ਡਿਸਾਈਲ ਪਰਸੈਂਟਲ ਦਾ ਕੁਐਸਚਨ ਪਾ ਲਿਆ ਤਾਂ ਆਪਣਾ ਕਰਨਾ ਫਰਜ਼ ਬਣਦਾ ਹੈ ਬਿਕੋਜ਼ ਪਾਰਟ ਆਫ ਸਿਲੇਬਸ ਹੈ ਹਰ ਹਾਲਤ 'ਚ ਸੋ ਆਪਾਂ ਲਾਈਟਲੀ ਨਹੀਂ ਲੈ ਸਕਦੇ ਕਿਉਂਕਿ ਉੱਥੇ ਕਿਆ ਹੁੰਦਾ ਕਿ ਜਦੋਂ ਤੁਸੀਂ ਯੂਪੀਐਸਸੀ ਜਾਂ ਪੀਪੀਐਸਸੀ ਲਈ ਜਾਂਦੇ ਹੋ ਤਾਂ ਕੁਝ ਨਾ ਕੁਝ ਅਨਐਕਸਪੈਕਟਡ ਦੇਖਣ ਨੂੰ ਮਿਲਦਾ ਔਰ ਅਨਐਕਸਪੈਕਟਡ ਕੀ ਹੈ ਹੁਣ ਤੱਕ ਜਿਹੜੇ ਬੋਰਡ ਦੇ ਕੁਐਸਚਨ ਪੁੱਛੇ ਹੈ ਸਟੈਟਿਸਟਿਕਸ ਪੋਰਸ਼ਨ ਚੋਂ ਉਹ ਹੈ ਅਗਰ ਆਪਾਂ ਗੱਲ ਕਰੀਏ ਮੀਨ ਦੇ ਮੀਡੀਅਨ ਦੇ ਮੋਡ ਦੇ ਹੈਨਾ ਸਟੈਂਡਰਡ ਡਿਵੀਜ਼ਨ ਦੇ ਕਿਆ ਪਤਾ ਇਸ ਸਾਲ ਡਿਸਾਈਲ ਚੋਂ ਪੁੱਛ ਲੈਣ ਪਰਸੈਂਟਾਈਲ ਚੋਂ ਪੁੱਛ ਲੈਣ ਤਾਂ ਆਪਾਂ ਕਰਕੇ ਜਾਵਾਂਗੇ ਰੈਗੂਲਰ ਔਰ ਜਿਹੜੀ ਇੱਕ ਦੋ ਨੈਕਸਟ ਕਲਾਸ ਹੋਏਗੀ ਉਸ ਤੋਂ ਆਪਾਂ ਪੀਵਾਈਕਿਊ ਕਰਾਂਗੇ ਐਗਜ਼ੈਕਟਲੀ ਮੈਂ ਤੁਹਾਨੂੰ ਈਅਰ ਵਾਈਜ਼ ਪੀਵਾਈਕਿਊ ਲੈ ਕੇ ਆਉਂਗਾ ਇਹਨਾਂ ਟੌਪਿਕਸ ਤੇ ਹੀ ਜਿਹੜੇ ਹੋ ਚੁੱਕੇ ਹੈ ਠੀਕ ਹੈ ਤਾਂ ਕਿ ਆਪਾਂ ਨੂੰ ਇੱਕ ਆਈਡੀਆ ਹੋਵੇ ਕਿ ਜਿੰਨਾ ਆਪਾਂ ਪੜ੍ਹ ਚੁੱਕੇ ਹਾਂ ਕਿ ਵਰਥ ਇਟ ਹੈ ਜਾਂ ਉਸ ਚੋਂ ਕਿਆ ਵਰਥ ਇਟ ਹੈ ਕਿਵੇਂ ਕੁਐਸਚਨ ਆਇਆ ਹੋਇਆ ਹੈ ਨੈਕਸਟ ਕਲਾਸ ਜਿਹੜੀ ਹੋਏਗੀ ਉਹ ਇਸ ਚੀਜ਼ ਤੇ ਹੋਏਗੀ ਕਿ ਆਪਾਂ ਜਿੰਨਾ ਹੁਣ ਤੱਕ ਟੌਪਿਕ ਕਰੇ ਆ ਮੀਨ ਮੀਡੀਅਨ ਮੋਡ ਵੇਰੀਐਂਸ ਸਟੈਂਡਰਡ ਡੇਵੀਏਸ਼ਨ ਮੀਨ ਡੇਵੀਏਸ਼ਨ ਉਹਦੇ ਕੁਐਸਚਨ ਕਿਵੇਂ ਆਏ ਮੈਂ ਤੁਹਾਨੂੰ ਈਅਰ ਵਾਈਜ਼ ਕੁਐਸਚਨ ਲੈ ਕੇ ਆਉਂਗਾ ਔਰ ਉਹ ईयर वाइज क्वेश्चन एक बार बोर्ड तो देखियो एंड हो जाएगा आज वैसे मैं आज पिक करने थे पर मैंने आज था कि करना ये जो पॉइंट रह गया डिसाइल वगैरह क्वार्टाइल और परसेंटाइल एक बार खत्म कर दिए क्योंकि बीच चले काम हो जाएगा नहीं तो इतने आया मैंने कि हाफ सिलेबस हैव डन ठीक है जी ਤੁਸੀਂ ਕੱਲ ਲਿਸਟ ਕਰ ਰਹੇ थे ਨਾ ਇੱਕ ਲਿਸਟ ਤੁਹਾਡੇ ਗਰੁੱਪ ਚ ਅਪਡੇਟ ਹੋ ਜਾਏਗੀ ਵੈਸੇ ਜੋ ਮੈंने प्रिपेयर ਕੀਤੀ थी ਉਹਦੇ ਅਕੋਰਡਿੰਗਲੀ ਧਿਆਨ ਨਾਲ ਸੁਣ ਸਕਦੇ ਹੋ ਪਲੀਜ਼ ਇੱਕ ਵਾਰੀ ਉਹਦੇ ਅਕੋਰਡਿੰਗਲੀ ਸਭ ਤੋਂ ਪਹਿਲਾ ਟੌਪਿਕ ਬਣਦਾ ਮੀਨ ਮੀਨ ਨੂੰ ਕੱਢਣ ਦੇ ਤਿੰਨ ਤਰੀਕੇ ਹੁੰਦੇ ਨੇ ਡਾਇਰੈਕਟ ਮੈਥਡ ਐਜ਼ਿਊਮਡ ਮੀਨ ਮੈਥਡ ਸਟੈਪ ਡਿਵੀਜ਼ਨ ਮੈਥਡ ਮੇਰੀ ਡੇ 1 ਦੀ ਕਲਾਸ ਲਗਾ ਲਿਓ ਜਿਹੜੇ YouTube ਚੈਨਲ ਤੇ ਦੇਖ ਰਹੇ ਹੋ ਅੱਜ ਵੀ ਤਾਂ ਉਸ ਦੇ ਵਿੱਚ ਪਿਆ ਪ੍ਰੋਪਰਲੀ ਮੀਨ ਦੇ ਤਿੰਨੋਂ ਤਰੀਕੇ ਡਿਸਕਸ ਕੀਤੇ ਹੋਏ ਨੇ ਉੱਥੇ ਮੈंने ਡਾਇਰੈਕਟ ਮੈਥਡ ਦੱਸਿਆ ਹੋਇਆ ਹੈ ਐਜ਼ਿਊਮਡ ਮੀਨ ਵੀ ਦੱਸਿਆ ਹੋਇਆ ਹੈ ਸਟੈਪ ਡਿਵੀਜ਼ਨ ਦੱਸਿਆ ਹੋਇਆ ਹੈ ਦੂਜਾ ਟੌਪਿਕ ਹੈ ਮੇਰੇ ਕੋਲ ਮੀਡੀਅਨ ਜੋ ਕਿ ਪੀਪੀਐਸਸੀ ਦੇ ਅਕੋਰਡਿੰਗ ਸਿਲੇਬਸ ਦੇ ਅਕੋਰਡਿੰਗ ਮੈਂ ਲਿਸਟ ਤਿਆਰ ਕੀਤੀ ਹੈ पहला है मीन मीन करवा चुके हैं बहुत डिटेल उस तो अलावा कुछ भी नहीं है जो अपन मीन करे है फिर मीडियन है देन मोड है देन मीन डेविएशन है मीन डेविएशन अबाउट मीन एंड मीन डेविएशन अबाउट मीडियन ये कवर हो चुके हैं देन टॉपिक बनता है वेरिएंस हो चुके हैं अपना वेरिएंस के तरीके हो चुके हैं देन अपना तरीका बनता है स्टैंडर्ड डेविएशन अपन कर चुके हैं ठीक है स्टैंडर्ड डेविएशन तो सिंपल गल है कि ਆਪਾਂ ਕਰਨਾ ਕੀ ਹੈ ਕੁਝ ਵੀ ਨਹੀਂ ਵੇਰੀਅੰਸ ਕੱਢ ਕੇ ਉਹਦਾ ਸਕੁਅਰ ਰੂਟ ਕੱਢਦੇ ਨੇ ਸਕੁਅਰ ਰੂਟ ਆਪਾਂ ਅੱਜ ਕਰ ਹੀ ਚੁੱਕੇ ਹਾਂ ਇਸੇ ਕਰਕੇ ਦੈਨ ਟੌਪਿਕ ਬਣਦਾ ਹੈ ਕੁਆਰਟਾਈਲ ਡਿਸਾਈਲ ਪਰਸੈਂਟਾਈਲ ਉਹ ਆਪਾਂ ਅੱਜ ਕਰ ਰਹੇ ਹਾਂ ਇਸ ਤੱਕ ਜਾ ਕੇ ਹਾਫ ਸਿਲੇਬਸ ਹੋ ਜਾਂਦਾ ਹੈ ਅਕੋਰਡਿੰਗ ਟੂ ਮੀ ਠੀਕ ਹੈ ਹੁਣ ਜੋ ਪੋਰਸ਼ਨ ਰਹਿੰਦਾ ਹੈ ਇੱਕ ਵਾਰ ਉਹ ਸੁਣੋ ਉਹਦੇ ਵਿੱਚ ਆਉਂਦੇ ਪਹਿਲਾਂ ਤਾਂ ਆਉਂਦਾ ਗ੍ਰਾਫ ਬੇ ਡਾਟਾ ਪਿਕਚਰ ਬੇਸਡ ਡਾਟਾ ਜਿਸ ਚ ਬਾਰ ਗ੍ਰਾਫ ਲਾਈਨ ਗ੍ਰਾਫ ਟੈਬੂਲਰ ਗ੍ਰਾਫ ਤੇ ਤੁਹਾਡੇ ਕੋਲ ਅਗਰ ਆਪਾਂ ਗੱਲ ਕਰੀਏ ਪਾਈ ਚਾਰਟਸ ਆਣਗੇ ਇੱਕ ਕੁਐਸਚਨ ਚਾਰਟ ਬੇਸ ਤੇ ਪੱਕਾ ਆ ਰਿਹਾ ਔਰ ਸਭ ਤੋਂ ਇੰਪੋਰਟੈਂਟ ਹੁੰਦਾ ਪਾਈ ਚਾਰਟ ਤੇ अपने को चार्ट का डाटा पे है देन कोरिलेशन रिग्रेशन ठीक है जी कंस्ट्रक्शन ऑफ फ्रीक्वेंसी अगर आप गल करें टेबल ते हिस्टोग्राम वगैरह ये चीज़ां रहिंदियां ने इस तो अलावा परसेंटेज बेस्ड क्वेश्चन आते हैं जिमें कि एक क्वेश्चन जो आ रहा है जिवें उन्होंने एक इंडस्ट्री देती एक इंडस्ट्री के पिछले 10 साल का वर्कआउट दिता अपन कि कितने एम्प्लॉई है मेल है फीमेल है रेशो है डिपार्टमेंट्स ने उन्होंने परसेंटेज कैलकुलेट करो मतलब एक चैप्टर प्रॉपरली मेरे हिसाब नाल
ਪਰਸੈਂਟੇਜ ਤੇ ਹੈ। ਜਿਵੇਂ ਆਪਾਂ ਸੀਸੈਟ ਤਿਆਰੀ ਕਰਦੇ ਹੋ ਪਰਸੈਂਟੇਜ ਚੈਪਟਰ ਕਰਦੇ ਨਾ, ਤਾਂ ਇਸ ਤਰ੍ਹਾਂ ਹੀ ਸਟੈਟਸ ਦੇ ਵਿੱਚ ਵੀ ਚੈਪਟਰ ਦਿੱਤਾ ਹੋਇਆ ਜੋ ਕਿ ਪਰਸੈਂਟੇਜ ਬੇਸ ਹੈ। ਉਸ ਟੌਪਿਕ ਨੂੰ ਬਸ ਮੈਂ ਲਾਸਟ ਰੱਖਿਆ ਕਿਉਂਕਿ ਉਹਨੇ ਜਿੰਨਾ ਡਿਟੇਲ ਹੋ ਸਕੇਗਾ ਮੈਂ ਕਰਾ ਦੂੰਗਾ। ਬਟ ਅਗਰ ਇੱਕ ਵੈਸੇ ਦੇਖਿਆ ਜਾਏ ਤਾਂ ਇੱਥੇ ਹਾਫ ਸਿਲੇਬਸ ਖਤਮ ਹੁੰਦਾ ਹੈ ਮੀਨ ਤੋਂ ਲੈ ਕੇ ਪਰਸੈਂਟਾਈਲ ਤੱਕ ਦਾ। ਠੀਕ ਹੈ ਜੀ, ਇਹਦੇ ਆਪਾਂ ਕੁਐਸਚਨ ਕਰਨੇ ਆ ਹੁਣ PYQ ਸਿਰਫ, ਉਸ ਤੋਂ ਇਲਾਵਾ ਦੈਨ ਆਪਾਂ ਮੂਵ ਆਨ ਕਰਾਂਗੇ। ਪਹਿਲਾ ਰਿਗਰੈਸ਼ਨ, ਠੀਕ ਹੈ ਜੀ, ਫਿਰ ਕੋਰਿਲੇਸ਼ਨ, ਫਿਰ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ, ਦੈਨ ਆਫਟਰਵਰਡ ਜਿਹੜੇ ਪਿਕਚਰ ਬੇਸ ਨੇ ਜਿਵੇਂ ਗ੍ਰਾਫ ਹੋ ਗਿਆ, ਬਾਰ ਗ੍ਰਾਫ ਹੋ ਗਿਆ, ਪਾਈ ਚਾਰਟ ਹੋ ਗਿਆ, ਲਾਈਨ ਚਾਰਟ ਹੋ ਗਿਆ, ਟੈਬਲਰ ਹੋ ਗਿਆ। ਦੈਨ ਆਫਟਰ ਮੂਵ ਆਊਟ ਕਰਾਂਗੇ ਆਪਾਂ ਫ੍ਰੀਕੁਐਂਸੀ ਬਣਾਉਣ ਤੇ, ਟੇਬਲ ਤੇ, ਪੋਲੀਗਨ ਤੇ, ਹਿਸਟੋਗ੍ਰਾਮ ਵਗੈਰਾ ਤੇ, ਐਂਡ ਦੈਨ ਪਰਸੈਂਟ ਬੇਸ ਜਿਸ ਨੂੰ ਮੈਂ ਕਿਹਾ ਉਸ ਤੋਂ ਬਾਅਦ ਮੋਸਟਲੀ ਖਤਮ ਹੋ ਜਾਊਗਾ ਇਹ ਸਾਰਾ। ਠੀਕ ਹੈ ਜੀ, ਜੇ ਕੁਝ ਰਹਿੰਦਾ ਹੋਏਗਾ ਤਾਂ ਲਾਸਟ ਇੱਕ ਦੋ ਕਲਾਸ ਜਿਹੜੀ ਹੋਏਗੀ ਤੁਹਾਨੂੰ ਅਸੀਂ ਸਾਰਾ ਇਨਫੋਰਮ ਕਰਾਂਗੇ। ਬਸ ਤੁਸੀਂ ਲਾਂਚਪੈਡ IAS ਦੇ ਨਾਲ ਜੁੜੇ ਰਹੋ। ਐਵਰੀਥਿੰਗ ਵਿਲ ਬੀ ਪ੍ਰੋਵਾਈਡਡ ਹੇਅਰ, ਕਿਉਂਕਿ ਜਿੰਨਾ ਵੀ ਅਸੀਂ ਡਾਟਾ ਕਰਵਾ ਰਹੇ ਹਾਂ ਪ੍ਰੋਪਰ ਰਿਸਰਚ ਕਰਕੇ ਔਰ ਪ੍ਰੋਪਰ ਇੱਕ ਪ੍ਰੋਸੈਸ ਥਰੂ ਆਊਟ ਹੈ ਜਿਹਦੇ ਨਾਲ ਕਰਾ ਰਹੇ ਹਾਂ। ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਕੁਝ ਵੀ ਆਪਾਂ ਟੌਪਿਕ ਕਰ ਰਹੇ ਹਾਂ। ਥੀਸ ਟੌਪਿਕ ਆਰ ਆਲਸੋ ਦਾ ਪਾਰਟ ਆਫ ਸੈਂਟਰਲ ਮੈਜਰਮੈਂਟ ਟੈਂਡੈਂਸੀ। ਉਹਦੇ ਤਿੰਨ ਚੀਜ਼ਾਂ ਹੁੰਦੀਆਂ ਨੇ, ਕੁਆਰਟਾਈਲ, ਡੈਸਾਈਲ, ਪਰਸੈਂਟਾਈਲ, ਉਹਦਾ ਪਾਰਟ ਹੈ ਇਹ। ਠੀਕ ਹੈ ਜੀ, ਸੋ ਇਸ ਤੱਕ ਤੁਸੀਂ ਇੱਕ ਆਈਡੀਆ ਲੈ ਸਕਦੇ ਹੋ ਕਿ ਤੁਹਾਨੂੰ ਹਾਫ ਸਿਲੇਬਸ ਕਵਰ ਹੋ ਜਾਊਗਾ। ਸੋ ਜਿਨ੍ਹਾਂ ਨੇ ਕੱਲ ਮਤਲਬ ਪੁੱਛਿਆ था ਕਿ ਸਰ ਕਿੰਨਾ ਸਿਲੇਬਸ ਹੈ ਕੀ ਹੈ, ਤਾਂ ਮੈਂ ਇੱਕ ਲਿਸਟ ਪ੍ਰਿਪੇਅਰ ਕੀਤੀ ਥੀ ਪ੍ਰੀਵੀਅਸ ਈਅਰ ਕੁਐਸਚਨ ਦੇ ਬਿਹਾਫ ਤੇ, ਉਹ ਤੁਹਾਨੂੰ ਦੱਸੀ ਹੈ। ਬਾਕੀ ਇਹ ਲਿਸਟ ਪ੍ਰੋਪਰ ਇੰਡੈਕਸ ਵਾਈਜ਼ ਤੁਹਾਡੇ ਟੈਲੀਗ੍ਰਾਮ ਗਰੁੱਪ 'ਚ ਮਿਲ ਜਾਏਗੀ। ਸੋ ਹੋਪਫੁਲੀ ਕਲੀਅਰ ਹੈ ਸਭ ਨੂੰ ਕਲਾਸ। ਪਲੀਜ਼ ਇੱਥੇ ਰਿਸਪੌਂਡ ਬੈਕ ਕਰੋ, ਫਿਰ ਆਪਾਂ ਅੱਗੇ ਚੱਲੀਏ। ਸੋ ਇਹ ਚੀਜ਼ਾਂ ਥੀਆਂ ਜਿਹੜੀਆਂ ਆਪਾਂ ਕਵਰ ਕਰ ਚੁੱਕੇ ਹਾਂ ਜਾਂ ਆਪਾਂ ਕਵਰ ਕਰਨੀਆਂ ਨੇ। ਮੈਂ ਤੁਹਾਨੂੰ ਇੱਕ ਪੂਰਾ ਰੋਡ ਮੈਪ ਦੱਸਤਾ ਤੇ ਇਹ ਰੋਡ ਮੈਪ ਫੋਲੋ ਕਰਾਂਗੇ। ਸੋ ਅੱਜ ਦੀ ਕਲਾਸ ਆਪਣੀ ਡੈਸਾਈਲ ਤੇ ਪਰਸੈਂਟਾਈਲ ਤੇ ਖਤਮ ਹੋਏਗੀ। ਠੀਕ ਹੈ ਜੀ, ਸੋ ਆਪਾਂ ਨੈਕਸਟ ਕੁਐਸਚਨ ਕਰੀਏ ਆਪਣਾ ਅੱਜ ਦਾ। ਠੀਕ ਹੈ ਜੀ, ਓਕੇ ਗੁੱਡ। ਸੋ ਤੁਹਾਨੂੰ ਇੱਕ ਕਲੀਅਰ ਕੱਟ ਆਈਡੀਆ ਹੋ ਗਿਆ ਕਿ ਤੁਹਾਡੇ 40 ਤੋਂ 45 ਮਾਰਕਸ ਦਾ ਪੇਪਰ ਆਣਾ ਹੈ, ਉਸ 'ਚ ਕੀ ਚੀਜ਼ ਆਣੀ ਹੈ ਕੀ ਨਹੀਂ ਆਣੀ ਹੈ ਨਾ। ਆਪਾਂ ਅੱਗੇ ਚੱਲਦੇ ਹਾਂ। ਓਕੇ ਜੀ ਕਲਾਸ, ਨੈਕਸਟ ਕੁਐਸਚਨ ਦੇਖੋ ਜਰਾ ਹੁਣ। ਸੋ ਅਗਲਾ ਕੁਐਸਚਨ ਪਹਿਲਾਂ ਇੰਟਰਵਲ ਤੇ ਕਰਦੇ ਹਾਂ ਜੀ, ਠੀਕ ਹੈ ਜੀ, ਫਿਰ ਅੱਗੇ ਵਧਾਂਗੇ। ਲਿਖੋ ਜਰਾ, ਆਪਣੇ ਕੋਲ ਕਲਾਸ ਇੰਟਰਵਲ ਦਿੱਤਾ ਹੋਇਆ ਹੈ ਜਿਵੇਂ 0 ਤੋਂ 4, 4 ਤੋਂ 8, 8 ਤੋਂ 12, 12 ਤੋਂ 16, 16 ਤੋਂ 20, 20 ਤੋਂ 24, 24 ਤੋਂ 28, 28 ਤੋਂ 32। ਠੀਕ ਹੈ ਜੀ, ਫਿਰ ਆਪਣੇ ਕੋਲ ਇੱਕ ਫ੍ਰੀਕੁਐਂਸੀ ਦਿੱਤੀ ਹੋਈ ਹੈ ਉਸ ਚੀਜ਼ ਦੀ 10, 12, 8, 7, 5, 8, 4, 6। ਠੀਕ ਹੈ ਜੀ, ਇਸ ਚ ਆਪਾਂ ਨੂੰ ਡਿਸਾਈਲ ਪੁੱਛਿਆ D5, D7 ਕੁਝ ਵੀ ਕੈਲਕੂਲੇਟ ਕਰ ਸਕਦੇ ਹੋ। ਉਹਨੇ ਕਿਹਾ ਡਿਸਾਈਲ ਦੱਸੋ, ਤਾਂ ਡਿਸਾਈਲ ਦੱਸਣ ਤੋਂ ਪਹਿਲਾਂ ਆਪਾਂ ਕੀ ਕੈਲਕੂਲੇਟ ਕਰਾਂਗੇ? ਓਬਵੀਅਸ ਗੱਲ ਹੈ, ਜਦ ਵੀ ਆਪਣੇ ਕੋਲ ਇੰਟਰਵਲ ਦੇ ਨਾਲ ਫ੍ਰੀਕੁਐਂਸੀ ਆਏਗੀ ਜਾਂ XI FI ਆਏਗਾ, ਆਪਾਂ ਸਭ ਤੋਂ ਪਹਿਲਾਂ ਪਤਾ ਕਰਾਂਗੇ। ਹਾਂਜੀ ਕਲਾਸ, ਸਭ ਨੂੰ ਆਈਡੀਆ ਹੈ। ਸਭ ਤੋਂ ਪਹਿਲਾਂ ਆਪਾਂ ਪਤਾ ਕਰਾਂਗੇ CF। ਠੀਕ ਹੈ ਜੀ, ਤਾਂ CF ਪਤਾ ਕਰਨ ਦਾ ਤਰੀਕਾ ਕੀ ਹੋਏਗਾ? ਲੈਟਸ ਸੀ, ਪਹਿਲਾਂ 10, 10 ਤੇ 12 22, 22 ਤੇ 8 30, 30 ਤੇ 7 37। ਠੀਕ ਹੈ ਜੀ, ਸਭ ਨੂੰ ਕਲੀਅਰ ਹੋ ਰਿਹਾ ਆਈਡੀਆ? 10, 10 ਤੇ 12 22, 22 ਤੇ 8 30, ਤੇ 7 37, 37 ਤੇ 5 42, 42 ਤੇ 8 50, 50 ਤੇ 4 54 54 ਤੇ 6 60। ਇਹ ਕੈਪੀਟਲ N ਦੀ ਵੈਲਿਊ ਆ। ਹਾਂਜੀ ਕਲਾਸ, ਓਕੇ 60 ਆ ਗਿਆ ਸੰਜੀਵ ਜੀ, ਵੈਰੀ ਗੁੱਡ। ਹੁਣ ਸਪੋਜ਼ ਕਰ ਲਓ ਆਪਾਂ D5 ਕੱਢਣਾ ਹੈ। D5 ਤੁਹਾਨੂੰ ਯਾਦ ਹੋਏਗਾ ਜਦ ਆਪਾਂ ਕੱਲ ਕੁਆਰਟਾਈਲ ਚ ਕਰਦੇ ਆਪਾਂ ਫਿਰ +1 ਛੱਡ ਦਿੰਦੇ ਨੇ। ਇਸ ਕੇਸ ਚ ਆਪਾਂ NY4 ਤੇ ਆ ਗਏ ਥੇ, ਅੱਜ ਆਪਾਂ NY10 ਤੇ ਆ ਜਾਾਂਗੇ। D5 ਕੱਢਣਾ ਹੈ ਤਾਂ ਨਾਲ 5 ਲੱਗ ਜਾਏਗਾ। ਹੋਪਫੁਲੀ ਸਮਝਾਈ ਗੱਲ। ਆਪਾਂ N+1/10 ਜਿਹੜਾ ਕਰਨਾ ਹੁੰਦਾ ਹੈ ਉਹ XI FI ਵਾਲਾ ਕੇਸ ਕਰਨਾ ਹੁੰਦਾ ਹੈ ਜਾਂ ਇਕੱਲੇ XI ਵਾਲਾ ਕੇਸ ਕਰਨਾ ਹੁੰਦਾ ਹੈ। ਜਿੱਥੇ ਆਪਣੇ ਕੋਲ ਇੰਟਰਵਲ ਆ ਜਾਂਦੇ ਨੇ ਉੱਥੇ ਆਪਾਂ N+1 ਕਰਨਾ ਛੱਡ ਦਿੰਦੇ ਆ। ਆਪਾਂ ਸਿੰਪਲ ਜਿਹੜਾ ਡਿਸਾਈਡ ਕੱਢਾਂਗੇ, ਜਿਵੇਂ 5 ਕੱਢਣਾ ਹੈ 5 of N/10, 6 ਕੱਢਣਾ ਹੈ 6 of N/10, 8 ਕੱਢਣਾ ਹੈ 8 of N/10 ਕਰ ਲਾਂਗੇ। ਸੋ ਇਸ ਤਰੀਕੇ ਨਾਲ ਆਪਾਂ ਅੱਗੇ ਵਧਾਂਗੇ। ਠੀਕ ਹੈ ਜੀ, ਸੋ ਆਪਣੇ ਕੋਲ ਉਹਦੇ 5 N ਦੀ ਵੈਲਿਊ ਹੈ 60 ਬਾਏ 10 ਆ ਜਾਏਗਾ। 6 ਨਾਲ 6 ਕੱਟ ਜਾਏਗਾ, D ਆ ਗਿਆ 30। ਠੀਕ ਹੈ ਜੀ, D30 ਆ ਗਿਆ। ਅਗੇਨ ਉਹੀ ਚੀਜ਼, ਜਾਂ ਤਾਂ ਆਪਾਂ ਨੂੰ 30 ਮਿਲ ਜਾਏ ਜਾਂ 30 ਤੋਂ ਵੱਡੀ ਕੋਈ ਵੈਲਿਊ ਮਿਲ ਜਾਏ ਟੇਬਲ ਦੇ ਵਿੱਚ। ਸਰ ਕਿਹੜੇ ਟੇਬਲ ਦੇਖਣਾ ਹੁੰਦਾ ਹੈ? CF ਦੇ ਵਿੱਚ। ਓਕੇ ਜੀ, DF5 ਤੇ 30 ਆ ਰਿਹਾ। 30 ਸਰ 30 ਐਗਜ਼ੈਕਟ ਮਿਲ ਗਿਆ, ਕੋਈ ਗੱਲ ਨਹੀਂ, ਬਹੁਤ ਅੱਛੀ ਗੱਲ ਹੈ, ਮਿਲ ਗਿਆ। ਆ ਲਓ, ਆਪਾਂ ਇਸ ਤਰ੍ਹਾਂ ਕਰ ਦਾਂਗੇ, ਜਿਹੜੇ ਇੰਟਰਵਲ ਦੇ ਆਪਣੇ ਕੋਲ ਮਿਲ ਜਾਏਗਾ ਆਪਾਂ ਉੱਥੇ ਵੈਲਿਊ ਰੱਖ ਦਾਂਗੇ। ਹੋਪਫੁਲੀ ਸਭ ਨੂੰ ਸਮਝ ਆਈ ਗੱਲ? ਹਾਂਜੀ ਸਰ, ਫਿਰ ਕੱਢਣਾ ਕੀ ਹੈ ਸਰ? D5, ਉਹਦੇ ਲਈ ਫਿਰ ਉਹੀ L + 5 N/10 - CF
बाय एफ इंटू एच। ये बेटा फॉर्मूला सेम ही चल रहा है, इससे कोई फर्क नहीं है। कल क्वार्टाइल चल रहे थे, क्वार्टाइल सेम चल रहा था, आज आप डिसाइल चल रहे हैं, डिसाइल सेम चल रहे हैं। ਹੁਣ एल कितना आएगा और सर एल आएगा 8, क्यों जी 30 स्लैब पे था, 30 सामने क्या पे है 8, तो 8 आ गया प्लस 5n/10 ਦੀ ਵੈਲਿਊ ਕਿੰਨੀ ਹੈ ਆਪਾਂ ਹੁਣੇ ਕੱਢੀ ਹੈ 30। CF क्या ਹੁੰਦਾ ਸਰ ਜਿਹੜਾ ਸਿਲੈਕਟ ਹੁੰਦਾ ਉਸ ਤੋਂ ਉੱਪਰ ਵਾਲੀ ਵੈਲਿਊ 22। F क्या ਹੁੰਦਾ ਸਰ ਜਿਹੜਾ ਸਿਲੈਕਟ ਹੋਇਆ ਸਾਹਮਣੇ ਵਾਲੀ ਵੈਲਿਊ ਕਿੰਨਾ 8 ਇਨਟੂ ਹਾਈਟ ਕਿੰਨੀ ਹੈ ਉਹਦੇ 4 ਦੀ, ਦੇਖ ਰਿਹਾ डिफरेंस 4 है अपने को। सो 8 प्लस 30 चो 22 गए 8 बाय 8 इंटू 4, 8 1 जा 8 कैंसल, 8 प्लस 4 1 जा 4, 12 आंसर आ रहा है, प्लीज चेक कर लो। वेरी गुड जी, मुझे लगता है फ्लो बढ़िया बन गया वैसे ना, कई का आंसर बहुत बढ़िया लगे। वेरी गुड वेरी गुड, फ्लो तो थोड़ा अच्छा बन गया मेरे ख्याल ਨਾਲ। बाकी थोड़ी ਮਿਹਨਤ ਹੋਏਗੀ ਜਿੰਨੀ ਵਧੀਆ ਕਰੋਗੇ, ਕਿਉਂਕਿ ਜਿਸ ਹਿਸਾਬ ਨਾਲ ਆਪਾਂ ਪ੍ਰਪੇਅਰ ਕਰ ਰਹੇ ਹਾਂ ਹਰ ਕੇਸ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਕਰ ਸਕੋਗੇ। ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਜ਼ਿਆਦਾ ਦਿੱਕਤ ਆਊਗੀ। ਰਾਈਟ ਜੀ, ਗੁੱਡ। ਇਹਦਾ ਫਲੋ ਬਣ ਚੁੱਕਿਆ ਹੈ, ਪਲੀਜ਼ ਕੁਝ ਨਹੀਂ ਹੈ ਇਹ ਚੀਜ਼ਾਂ 'ਚ। these are very easy things, just you need a focused ਅਪਰੋਚ ਔਰ ਪ੍ਰੋਪਰ ਗਾਈਡੈਂਸ ਦੇ ਨਾਲ ਪ੍ਰੈਕਟਿਸ, ਮੇਨ ਪ੍ਰੈਕਟਿਸ ਹੈ ਜੀ। ਜੇ ਵਧੀਆ ਪ੍ਰੈਕਟਿਸ ਕਰਦੇ ਹੋ ਤਾਂ ਮੈਨੂੰ ਲੱਗਦਾ ਹੀ ਨਹੀਂ ਕੁਛ ਆਇਸ ਚ ਤਾਂ ਤੁਹਾਨੂੰ ਕੇਕ ਵਾਕ ਲੱਗਦੀ ਹੋਗੀ ਹੁਣ ਇਹ ਕਿ ਠੀਕ ਹੈ ਯਾਰ ਕੁਛ ਨਹੀਂ ਹੈ। ਇੱਕ ਇੰਟਰਵਲ ਆਇਆ ਠੀਕ ਹੈ ਓਕੇ, ਇੱਕ ਐਫ ਲਿਖ ਲਿਆ ਵੈਰੀ ਗੁੱਡ। ਐਫ ਤੋਂ ਬਾਅਦ ਸੀ ਐਫ ਕੱਢਣਾ ਹੈ, ਸੀ ਐਫ ਚ ਐਨ ਮਿਲ ਜਾਏਗਾ। ਹੁਣ ਜੇ ਸਰ ਨੇ D5 ਕਿਹਾ ਹੈ ਤਾਂ 5 ਟਾਈਮ n/10 ਕਰ ਦਾਂਗੇ, ਉੱਥੋਂ 30 ਆ ਗਿਆ, ਜਾਂ ਤਾਂ 30 ਲੱਭਾਂਗੇ ਜਾਂ 30 ਤੋਂ ਉੱਪਰ ਲੱਭਾਂਗੇ। ਠੀਕ ਹੈ, ਥੈਂਕ ਯੂ ਮੈਡਮ ਜੀ, ਥੈਂਕ ਯੂ ਜੀ। ਠੀਕ ਹੈ ਜੀ, ਸੋ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ 30 ਆ ਗਿਆ, 30 ਨੂੰ ਆਪਾਂ ਚੈੱਕ ਕਰਾਂਗੇ 30 ਉਸ ਤੋਂ ਉੱਪਰ ਵੈਲਿਊ ਮਿਲ ਜੇ। ਠੀਕ ਹੈ 30 ਆ ਗਿਆ ਸਰ, ਐਗਜ਼ੈਕਟ ਮਿਲ ਗਈ ਪਹਿਲੀ ਵਾਰ, ਇਹ ਤਾਂ ਵੱਡੀ ਮਿਲਦੀ ਹੈ। ਜਿਹੜੀ ਵੈਲਿਊ ਮਿਲ ਗਈ ਉਹਦਾ ਇੰਟਰਵਲ ਚੈੱਕ ਕਰ ਲਾਂਗੇ। ਇੰਟਰਵਲ ਮਿਲ ਗਿਆ ਸਰ, ਐਲ ਦੀ ਵੈਲਿਊ ਆ ਗਈ 8, 5n/10 ਆਪਾਂ ਉੱਪਰ ਕਰ ਦਿੱਤਾ 30, ਉਸ ਤੋਂ ਜਿਹੜਾ ਸਿਲੈਕਟ ਹੋਇਆ ਉੱਪਰ ਵਾਲਾ CF, ਥੱਲੇ F ਆ ਜਾਏਗਾ ਇਨਟੂ H। H क्या ਹੁੰਦਾ ਜੀ ਹਾਈਟ, ਹਾਈਟ ਕਿੰਨੀ ਆਪਣੇ ਕੋਲ ਉਹਨੇ 4 ਦੀ। ਠੀਕ ਹੈ ਜੀ, सो 8 प्लस 8/8 इंटू 4, 8 ਨਾਲ 8 कैंसल, 4 1 जा 4 प्लस 8 12 आंसर आ गया। ठीक है जी, सो होपफुली क्लियर हो गया। ओके क्लास, गुड, थैंक यू बच्चों। ठीक है जी, ओके प्लीज एक डी इसते 7 ਕੱਢ ਦੋ, इसी रट ਦੇ ਫਿਰ ਆਪਾਂ ਅੱਗੇ ਵਧੀਏ ਬਸ। ਹਲ D7 ਕੱਢ ਦੋ ਫਿਰ ਆਪਾਂ ਅੱਗੇ ਚੱਲਦੇ ਹਾਂ। हाँ जी, D7 ਚ ਕੀ ਆਏਗਾ सर, सेम चीज होगी 7 टाइम n/10। सो 7 टाइम n कितना अपने को 60/10, 0 कट गई, 7 6 या 42 सर सेम है। वेरी गुड, ये पहला ऐसा क्वेश्चन जी बिल्कुल सेम मिल जा रहा है। हेलो जी, बिल्कुल सेम मिल गया, 42 मिल गया अपने को D7 का। ओके, तो D7 वास्ते फॉर्मूला क्या बनेगा, फॉर्मूला बनेगा ही L प्लस 7n/10 माइनस CF/F इंटू H। ठीक है जी, L कितना है अपने को L आ गया 16, क्योंकि लोएस्ट वैल्यू 16 सिलेक्ट हुई है। ठीक है 42 ਦੇ ਵਿੱਚ 16 सिलेक्ट होगी अपने को। 7n/10 ਆਪਾਂ ਆਲਰੇਡੀ ਕੈਲਕੂਲੇਟ ਕਰ ਚੁੱਕੇ ਹਾਂ ਨਾ 42, ਇਸ ਤੋਂ ਉੱਪਰ ਦਾ CF 37, 37 F ਤੇ ਸਾਹਮਣੇ ਵਾਲਾ ਕਿੰਨਾ ਜੀ 5 इनटू हाइट कितनी है अपने को 4 दी। सो 16 प्लस 42 माइनस 37, ऑब्वियस गल है 5/5 इंटू 4, 5 1 जा 5, 4 1 जा 4, 4 ते 16 20 आंसर आ जाएगा, प्लीज चेक कर लो। वेरी गुड संजीव, वेरी गुड वेरी गुड मैडम, वेरी गुड राजी। सो इस तरीके नाल ਆਪਾਂ ਡਿਸਾਈਲ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ ਜੀ, ਸੋ ਹੋਪਫੁਲੀ ਬਹੁਤ ਅੱਛੇ ਸਮਝਾਏਗਾ। ਇਹਦੇ ਨੋਟਸ ਬਣਾ ਲਓ ਪਲੀਜ਼ ਇੱਕ ਵਾਰੀ, ਤਾਂ ਆਪਾਂ ਇਸ ਤੇ ਕੁਐਸਚਨ ਹੋਰ ਕਰਦੇ ਹਾਂ, ਹੋਰ ਬਹੁਤ ਅੱਛੀ ਤਰ੍ਹਾਂ ਪ੍ਰੈਕਟਿਸ ਹੋ ਜਾਊਗੀ। ਹੁਣ ਡਿਸਾਈਲ ਪਰਸੈਂਟਾਈਲ ਕੁਆਰਟਾਈਲ ਤੁਹਾਡੇ ਲਈ ਕੁਝ ਵੀ ਗੇਮ ਨਹੀਂ ਹੈ ਵੱਡੀ। ठीक है जी, गुड, चलिए बढ़िया अगे है ना क्लास क्वेश्चन और देख रहे हैं इस पे, और बढ़िया हो चुका। देखो अपने को एक क्लास इंटरवल दिता गया है, 10 तो 20, 20 तो 30, 30 तो 40, 40 तो 50, 50 तो 60, 60 तो 70 तक बस। ठीक है जी, फिर अपने को एफ आई दिता गया है, एफ आई दिता गया है 15,
10, 12, 8, 7, 18। हाँ जी क्लास, ਹੁਣ ਤੁਹਾਨੂੰ ਐ ਲੱਗ ਰਿਹਾ ਹੋਊਗਾ ਕਿ ਬਹੁਤ ਅਸੀਂ ਫਾਸਟ ਕਰ ਸਕਦੇ ਹਾਂ। ਠੀਕ ਹੈ ਜੈਵੀਰ, ਵੈਰੀ ਗੁੱਡ ਰਾਜੇ। ਇਸ ਤੁਸੀਂ ਇੱਕ D7 ਦੇਣਾ ਰਾਜੇ, ਮੈਨੂੰ ਇੱਕ D8 ਦੇਣਾ ਹੈ। ਕੈਲਕੂਲੇਟ D7 ਤੇ D8। ਕੈਲਕੂਲੇਟ D7 ਤੇ D8। ਹਾਂਜੀ, ਇਹ ਦੋ ਜਿਹੜੇ
हाँ जी, ਹੁਣ ਚੈੱਕ ਕਰਨਾ। ਓਕੇ ਹੈ ਜੀ। ਓਕੇ ਠੀਕ ਹੈ ਜੀ। ਸੋ ਆਪਣੇ ਕੋਲ ਕੀ ਹੋਊਗਾ, ਆਪਣੇ ਕੋਲ ਮੈਨੂੰ ਲੱਗਦਾ ਤੁਹਾਡਾ ਹੁਣ ਬਹੁਤ ਅੱਛੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਇਹ ਸਾਰਾ ਸਿਸਟਮ। ਇਸ 'ਚ ਚੱਲ ਕੀ ਰਿਹਾ ਆਪਣੇ ਕੋਲ, ਇਸ 'ਚ ਆਪਣੇ ਕੋਲ ਚੱਲ ਰਿਹਾ ਹੈ ਕਿ ਕਲਾਸਿਸ ਦਾ ਇੰਟਰਵਲ ਦਿੱਤਾ ਹੋਏਗਾ, ਐਫ ਆਈ ਆਪਾਂ ਨੂੰ ਦਿੱਤਾ ਹੋਏਗਾ, ਆਪਾਂ ਸੀ ਐਫ ਪਤਾ ਕਰ ਲਾਂਗੇ। ਸੀ ਐਫ ਤੋਂ ਆਪਣੇ ਕੋਲ ਐਨ ਆ ਜਾਏਗਾ। ਜੋ ਐਨ ਆ ਗਿਆ ਆਪਣੇ ਕੋਲ, ਚਾਹੇ ਉਹ D7 ਕੈਨ, D8 ਕੈਨ, D3 D2 ਕੁਝ ਵੀ ਕਹਿ ਸਕਦੇ ਨੇ। ਤਾਂ ਉਸ 'ਚ ਕਰਨਾ ਕੀ ਹੈ, ਸਭ ਤੋਂ ਪਹਿਲਾਂ ਆਪਾਂ D7 ਕਿਹਾ ਜਿਵੇਂ ਤਾਂ 7n/10, D3 ਕਹੇਗੇ 3n/10। ਇੱਥੇ ਇੱਕ ਵੈਲਿਊ ਕੱਢ ਲਾਂਗੇ, ਇਹ ਵੈਲਿਊ CF ਚੈੱਕ ਕਰਾਂਗੇ। ਇਹ ਵੈਲਿਊ CF ਚੈੱਕ ਕਰਕੇ, ਇਹ ਵਾਲੀ ਵੈਲਿਊ CF ਚ ਚੈੱਕ ਕਰਕੇ ਉਸ ਤੇ ਵੈਲਿਊ ਆਪਾਂ CF ਦੇਖਿਆ 49, 49 ਹੈ ਸਰ? ਨਹੀਂ ਸਰ, ਐਗਜ਼ੈਕਟ ਨਹੀਂ ਹੈ। ਤਾਂ ਉਸ ਤੋਂ ਬੜੀ ਵੈਲਿਊ ਦੇਖਾਂਗੇ। CF ਚ ਆਪਾਂ ਇੰਟਰਵਲ ਸਿਲੈਕਟ ਕਰਾਂਗੇ, ਦੈਨ ਫਾਰਮੂਲਾ ਹੁੰਦਾ ਹੈ L + 7n/10 - CF by F into H। ਵੈਰੀ ਸਿੰਪਲ ਸਰ, ਇਹਦੀ ਕੈਲਕੂਲੇਸ਼ਨ ਕਿੰਨੀ ਰਹੀ 49। ਜੋ ਸਿਲੈਕਟ ਹੋਇਆ ਹੋਏਗਾ ਉਸ ਤੋਂ ਉੱਪਰ ਵਾਲਾ CF ਹੁੰਦਾ ਹੈ, ਉਹਦੇ ਸਾਹਮਣੇ ਜੋ ਵੈਲਿਊ ਪਈ ਹੁੰਦੀ ਹੈ ਉਹ F ਦੀ ਵੈਲਿਊ ਹੈ, जो इंटरवल रिफरेंस है वो हाइट है। सो ये चीज आ गई। नाउ वी हैव कैलकुलेटेड दिस। सो होपफुली क्लियर। ठीक है, इस तरह ही अगला था। सो मेरे लगता नहीं कोई डेसिमल साइंस में दिक्कत होगी। थोड़ा परसेंटाइल देख रहे हैं हम आगे। क्लास ओके, मैंने प्लीज क्लैरिफाई कर दे सकता। साहिल का कंसेप्ट क्लियर है जी? हाँ जी क्लास ओके है जी, ठीक है। ऑफलाइन ऑनलाइन सबनो क्लियर है? गुड, ठीक है जी, ठीक है, वेरी गुड। ਹੁਣ ਆਪਾਂ ਪਰਸੈਂਟਾਈਲ ਚ ਐਂਟਰ ਕਰਦੇ ਹਾਂ ਜੀ। ਜਦੋਂ ਪਰਸੈਂਟੇਜ 'ਚ ਆਵਾਂਗੇ ਉਹੀ ਗੱਲ ਆ ਜਾਏਗੀ, ਇੰਡੀਵਿਜੂਅਲ ਸੀਰੀਜ਼ ਹੈ n+1/100 ਕਰ ਦਾਂਗੇ। ਠੀਕ ਹੈ ਜੀ। ਜਦੋਂ ਉਹ ਆਏਗਾ ਆਪਣੇ ਕੋਲ ਕੀ ਕਹਿੰਦੇ ਡਾਟਾ ਆਏਗਾ, ਇਸ ਤਰ੍ਹਾਂ ਦੇਖਦੇ ਹਾਂ। ਆਓ ਦੇਖੀਏ ਨਾਓ ਪਰਸੈਂਟਾਈਲ। ਪਰਸੈਂਟਾਈਲ ਕੀ ਹੋਏਗਾ ਇੱਥੇ ਆਪਣੇ ਕੋਲ? ਓਬਵੀਅਸ ਗੱਲ ਹੈ, ਪਰਸੈਂਟ ਹੁੰਦਾ ਹੈ 100। ਆਪਾਂ ਕਦੇ ਵੀ ਪਰਸੈਂਟੇਜ ਕਹਿੰਦੇ ਆ, ਪਰਸੈਂਟ ਕਹਿੰਦੇ ਆ, ਤਾਂ ਉੱਥੇ ਆਪਾਂ ਲੈ ਕੇ ਚੱਲਦੇ ਹੁੰਦੇ ਆ ਉਸ ਚੀਜ਼ ਨੂੰ 100। ਠੀਕ ਹੈ ਜੀ। ਹੁਣ ਦੇਖੋ ਜਿਵੇਂ ਆਪਾਂ ਸਪੋਜ਼ ਪਰਸੈਂਟਲ P1 ਕੱਢਣਾ, ਜਿਵੇਂ ਆਪਾਂ Q1 ਕੱਢ ਰਹੇ ਥੇ, D1 ਕੱਢ ਰਹੇ ਥੇ, P1 ਕੱਢਾਂਗੇ, P5 ਕੱਢਾਂਗੇ, P10 ਕੱਢਾਂਗੇ। ਠੀਕ ਹੈ, ਕੁਛ ਇਸ ਤਰ੍ਹਾਂ। ਤਾਂ ਆਪਣੇ ਕੋਲ ਹੋਏਗਾ ਉਰੇ ਸਾਈਜ਼ ਆਫ n+1/100। ठीक है, P5 कटाएंगे तो साइज ऑफ 5 टाइम n+1/100। ठीक है, P10 कटाएंगे तो हो जाएगा साइज ऑफ 10 टाइम n+1/100 सपोज। ठीक है जी। आप कट रहे हैं P99, इधर आ गया तो 99 टाइम n+1/100। सो मैंने लगता है ਇਹ ਤੁਸੀਂ ਐ ਲੱਗ ਰਿਹਾ ਹੋ ਯਾਰ ਆਪਾਂ ਫਾਰਮੂਲਾ ਬਣਾ ਲਾਂਗੇ। ਹੁਣ ਸਮਝ ਆ ਗਈ ਕਹਾਣੀ ਦਿਮਾਗ 'ਚ ਹੈ ਕਿਆ। ਕੁਆਟਾਈਲ ਹੈ ਸਰ, ਕੋਈ ਗੱਲ ਨਹੀਂ, ਇੱਥੇ 4 ਪਾ ਦਿਓ। ਡੈਸਾਈਲ ਹੈ ਸਰ, 10 ਪਾ ਦਿਓ। ਪਰਸੈਂਟਾਈਲ ਹੈ 100 ਪਾ ਦਿਓ। ਬਾਕੀ ਜਿਹੜੇ ਨੰਬਰ ਉਹ ਕਹਿ ਰਹੇ ਨੇ, ਜਿਵੇਂ 1 ਕੇ ਹੈ ਅੱਗੇ 1 ਸਰ, 5 ਕੇ ਹੈ 5, 10 ਕੇ ਹੈ 10, 99 ਕੇ 99। ਮੈਨੂੰ ਇਹ ਲੱਗਦਾ ਜੋ ਇਸ ਤਰੀਕੇ ਨਾਲ ਅਗਰ ਤੁਸੀਂ ਮੇਰੇ ਅਕੋਰਡਿੰਗਲੀ ਵਿਜ਼ੂਅਲਾਈਜ਼ ਕਰ ਪਾ ਰਹੇ ਹੋ, ਤੁਸੀਂ ਖੁਦ ਹੀ ਸੀਕੁਐਂਸ ਦੇ ਵਿੱਚ ਕ੍ਰੀਏਟ ਕਰ ਸਕਦੇ ਹੋ। ਪੇਪਰ 'ਚ ਭੁੱਲਣ ਦਾ ਸਵਾਲ ਹੀ ਨਹੀਂ। ਕੁਆਟਾਈਲ ਆ 4, डिसाइल है 10, परसेंटाइल है 100। खत्म कहानी, एडी गल थी। तो ये टॉपिक कोई बहुत बड़े नहीं है अगर आप अच्छी तरह समझ आ जाए। ठीक है, सो वही चीज आप फोकस कर रहे थे। ठीक है जी। सो कहने का मीनिंग की है, परसेंटाइल आप ऐसा करते हैं सीक्वेंस रखते हैं, परसेंटाइल ते सॉल्व करते हैं। प्लीज एक बार नोट्स बना लो, जेडे क्लास लिख रहे हो प्लीज इन्हें कॉपी ते लिख लो, फिर आप अगे चलिए इस क्वेश्चन करते हैं। ठीक है जी, हाँ जी क्लास बना ले, लिख रहे सबने? प्लीज चेक कर लिया करो, लिख लिया करो चंगी तरह, कोई जल्दबाजी नहीं है रहे, कोई भी चक्कर नहीं है, आराम ना हो जो काम। ठीक है। हम्म, चलो जी। केस 1 वही जो अपनी हैबिट रही है कि मैं करना है कैलकुलेट। ठीक है जी, कैलकुलेट करना है 60th परसेंटाइल। ओके, कैलकुलेट 60th परसेंटाइल ऑफ द फॉलोइंग ऑब्जर्वेशन। ऑब्जर्वेशन दी हुई है ਆਪਾਂ ਨੂੰ 15, 16, 18, 20, 23,
28, 33, 35, 40, 42। ठीक है, कुछ भी कोई नंबर ਦਿੱਤਾ रहेगा ਆਪਾਂ ਨੂੰ। ठीक है जी। ਹੁਣ ਜਿਵੇਂ ਆਪਾਂ ਇਸ ਚ ਕੈਲਕੂਲੇਟ ਕਰਨਾ ਹੈ ਪਰਸੈਂਟਾਈਲ 60th। ठीक है सर, इट्स इजी फॉर अस। ਮੈਨੂੰ ਲੱਗਦਾ ਸਭ ਨੇ ਕਹਿਣਾ ਸਭ ਤੋਂ ਪਹਿਲਾਂ ਚੈੱਕ ਕਰਨਾ ਹੁੰਦਾ ਹੈ ਕਿ ਕਿਆ ਅਸੈਂਡਿੰਗ ਆਰਡਰ ਹੈ। ਜਦ ਵੀ ਪਰਸੈਂਟਾਈਲ ਕੁਆਰਟਾਈਲ ਡਿਸਾਈਲ ਕੱਢਣਾ ਹੈ, ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਬੀਇੰਗ ਅ ਸਟੂਡੈਂਟ ਕਿ ਆਪਾਂ ਚੈੱਕ ਕਰਨਾ ਹੈ ਕਿ ਕਿਆ ਜੋ ਗਿਵਨ डाटा है वो असेंडिंग ऑर्डर ਚ है। 15, 16, 18, 20, 23, 28, 33, 35, 40, 42। हाँ सर, चेक करो। ठीक है, डन। देन ਆਪਾਂ n ਕੱਢਣਾ ਹੁੰਦਾ ਹੈ। n ਕੀ ਹੈ, ਕਿੰਨੇ ਨੇ? 1 2 3 4 5 6 7 8 9 10। ਚੈੱਕ ਕਰਨਾ ਇੱਕ ਵਾਰੀ। 1 2 3 4 5 6 7 8 9 10। ठीक है, 10 ही आ रहे हैं, देखो। हाँ जी क्लास। शाबाश जी शाबाश। ਹੁਣ p 60 ਕੱਢਣਾ ਹੈ। ਵੈਰੀ ਗੁੱਡ ਜੀ, ਵੈਰੀ ਗੁੱਡ ਮਹਿਰੂਮ, ਬਹੁਤ ਵਧੀਆ। 60 n plus 1 by 100, so 60, 10 plus 1 11 by 100, 0 कट गई। 66 by 10 which is 6.6, ultimately 6th term plus 0.6 time 7th term minus 6th term। एक मौका लग रहा होना यार, मैंने लगता है सुनना जेन्युइनली। अगर तुम बहुत अच्छे से सुने हैं तब तुम्हें बहुत इजी लग रहा होगा कि यार मजा भी आ रहा है, क्योंकि आसान लग रहा है ना। 6 1 2 3 4 5 6, 6 टर्म होगी 28 प्लस 6/10। सर क्यों 10 लगा रहे हो, डेसिमल पहले हटा रहा है मैं। 7 टर्म, 1 2 3 4 5 6 टर्म है जी। 7 33, सो 33 माइनस 28। ठीक है जी, 33 है, सॉरी माय मिस्टेक लिखे है। 33, 33, सो 28 प्लस 6/10 इंटू 33, 20 गया 5। ठीक है, 5 6 33 का आंसर आ रहा है 1 2 1 3 31। वेरी गुड क्लास, प्लीज चेक करो, किसी डाउट है पूछ लो। 31, वेरी गुड जी, वेरी गुड संजीव जी। ठीक है जी, वेरी गुड। सो इजी लग रहा होना, जेन्युइनली ਮੈਨੂੰ ਲੱਗਦਾ ਹੈ ਫੀਲਿੰਗ ਜਾਂਦੀ ਹੈ ਵੀ ਤੁਹਾਨੂੰ ਦੇਖ ਲੱਗ ਰਿਹਾ ਹੋਣਾ ਵੀ ਯਾਰ ਈਜ਼ੀ ਕੰਮ ਹੈ, ਕੱਢੀ ਗੱਲ ਤਾਂ ਹੀ ਨਹੀਂ थी। ठीक है जी, ओके चलिए। भाई ਜਿਹੜੇ ਰਹਿ ਗਏ प्लीज जल्दी जल्दी नोट्स बनाओ क्लास। एक मिनट नोट कर लो ਜਿਹੜੇ ਰਹਿ गए, फिर आप आगे बढ़िए। हाँ जी क्लास, चलिए आगे। हो गया परसेंटाइल का कंसेप्ट क्लियर? डन। ओके जी, एक क्वेश्चन और करते हैं फिर आप आगे बढ़ते हैं। फिर सीक्वेंस वही गल आ गई। पहला एक्सरसाइज देख रहे हैं, एक एक्सरसाइज और कर लेंगे, फिर आगे चेक करेंगे। ठीक है जी, ओके देखो प्लीज। ਹੁਣ ਆਪਾਂ ਕੈਲਕੂਲੇਟ ਕਰਨਾ ਹੈ P20 ਤੇ P50 ਫॉर ਦਾ ਡਾਟਾ ਦਿੱਤਾ ਹੋਇਆ ਆਪਾਂ ਨੂੰ। ਡਾਟਾ ਹੈ ਆਪਣੇ ਕੋਲ 12 5 22 30 45 18 10 35 40। ਕੁਝ ਨੰਬਰ ਦਿੱਤੇ ਹੋਏ ਨੇ ਆਪਾਂ ਨੂੰ ਜਿਨ੍ਹਾਂ ਦਾ ਆਪਾਂ ਨੇ ਕੈਲਕੂਲੇਸ਼ਨ ਕਰਨਾ ਹੈ P20 ਤੇ P50। ਸਭ ਤੋਂ ਪਹਿਲਾ ਕੰਮ ਸਰ, ਸਭ ਤੋਂ ਪਹਿਲਾ ਕੰਮ ਹੁੰਦਾ ਹੈ ਜੀ ਕਿ क्या डाटा अरेंज्ड है। नहीं सर, इसमें अरेंज नहीं लग रहा। तो चलो फिर अरेंज कर दिया इसको। सबसे पहली ऑब्जर्वेशन 5, देन 10, देन 12, देन 18, देन 22। ठीक है, देन 22 तो बाद 30, देन 30 तो बाद 35, 35 तो बाद 40, 45। चेक कर लो प्लीज। कोई रहने नहीं होगा। 1 2 3 4 5 6 7 8 9। 1 2 3 4 5 6 7 8 9। ठीक है जी, हो गया डन। ओके जी।
मैम, ठीक है, ये हो गया डन अपने को। नाउ अपने को एन आ गया 9, आप कैलकुलेट कर रहे हैं P20 विच इज 20 टाइम n प्लस 1/100 यानी कि अपने को 9 प्लस 1 10, 10/100, 1 2 0 कट गया। सेकेंड टर्म, तो सेकेंड टर्म डायरेक्ट है थे अपने को 10। सो चेक करना प्लीज, क्लास यही आंसर आ रहा है सबका, चेक करो। 10, वेरी गुड जी, गुड, गुड, वेरी गुड जयवीर, ठीक है मेहरम, वेरी गुड। हाँ जी, ऑफलाइन ओके, समझ आ गया सबको, इजी है, सो सिंपल था, ठीक है, बहुत इजी लगेगा सुनो हुन। आप एक 50 कर ली हुन, फिर आप कटिया P20, लेट्स कैलकुलेट P50। P50 ਦੇ ਅਕੋਰਡਿੰਗਲੀ अगर आप देखिए तय हो गया अपने को सेम 20 50 प्लस 1/100 विच इज 20 51/100, ठीक है। अगर आप देखिए 0 0 कट जाएगी, 102/10, 10.2, चेक करना 50 के अकॉर्डिंग चेक करना, आंसर बिल्कुल ठीक है सदे ऑनलाइन जिन्हें बैठे हो, ठीक है। प्लीज जो अगला है वो चेक करना एक बारी, जो तुम 50 कैलकुलेट करोगे तो 50 के अकॉर्डिंगली हो जाएगा 50 प्लस 1/100 51, 51 नाल कैलकुलेशन करके 10.2 आएगा। 10.2 का मतलब होएगा 10th टर्म, एक मिनट, हम्म, P50 नहीं आ सकेगा क्लास, ठीक है, इसका P50 नहीं बन पाएगा, ਉਹਦਾ ਕਾਰਨ ਤੁਸੀਂ ਸਾਹਮਣੇ ਬੋਰਡ ਤੇ ਦੇਖ ਹੀ ਰਹੇ ਹੋ। ये इनवैलिड हो जाएगा क्लास, है ना, क्योंकि देखो अपने को अगर 50 से जा रहे हैं, अपने 10.2 आ रहा है, 10th टर्म तो है ही नहीं अपने को, सो इनवैलिड हो जाएगा चीज। वैसे एग्जाम जिस तरह आंदी नहीं है, बट ठीक है, माइट भी मेरे तो मिस्टेक ना लिखे गए हुए, 20 तक का ठीक था, ठीक है, चल। हाँ जी, क्लियर सब नु, डन। ठीक है क्लास, ये चीज नहीं पॉसिबल होगी, एम कभी आएगा नहीं, डोंट वरी, राइट भी मैं अपने अलग सीक्वेंस में रहा था शायद, हो गया होगा ऊपर थले नंबर, है ना, कोई गल नहीं। सो कंसेप्ट वाइज क्लियर है, मूव ऑन करते हैं नेक्स्ट इस पे, ठीक है जी, ओके। नेक्स्ट आया ਹੁਣ ਆਪਣੇ ਕੋਲ ਹੀ ਕਲਾਸ ਇੰਟਰਵਲ ਦੇ ਕੰਮ ਤੇ ਆਉਂਦੇ ਆ, ਜਿਵੇਂ 0 ਤੋਂ 10, 10 ਤੋਂ 20, 20 ਤੋਂ 30, 30 ਤੋਂ 40, 40 ਤੋਂ 50, ओके डन। फ्रीक्वेंसी दी हुई है 5 12 20 18 15, ठीक है जी। हूँ इस अपन पूछे P70, अपने को कैलकुलेशन करने के है P70, पर सब तो पहला एज वी ऑल नो, अगर अपने को CF जितने क्लास इंटरवल जितना आएगा, क्लास इंटरवल तो बाद अगर आप देखिए फ्रीक्वेंसी इतनी आएगी, तो सबसे पहला काम है CF पता कर, ताकि मैं 5 5 ते 12 17, 17 ते 20 37, 37 ते 45 55, 55 ते 5 60 ते 70, ठीक है जी। 70 वैल्यू आ रही है, हाँ जी, क्लियर, गुड, वेरी गुड संजीव जी। 70 आ गया अपने को, हूँ आपने कैलकुलेट करना है P70 विच इज 70 n/100, सो 70 एन कितना आया, अगेन 70/100, 2 0 कैंसल, 49, 49 तो ऑब्जर्वेशन देखेंगे, 49 देखो हैगी है, सर 49 देखता नहीं है, बड़ी हैगी है, सिलेक्ट कर लो। देन P70 का फॉर्मूला सर सेम वही, L प्लस 70 n/100 माइनस CF/F × मेरे अकॉर्डिंग जब मैं लिख रहे हैं बोर्ड पे, तब मैंने फील आया कि तुम्हें बहुत इजी लग रहा होगा, क्योंकि जो आप पढ़ के आए हैं, जो कितना अपन एग्जैक्टली वही चीज चल रही है। सो लेकिन आपने हो गया 30, लिखने का तरीका ही है बस, एक क्लास आप कर चुके हैं 49, CF ਦੇ ਉੱਪਰਲੀ ਵੈਲਿਊ ਹੁੰਦੀ ਹੈ ਸਿਲੈਕਟ ਵੈਲਿਊ ਤੋਂ
37 एफ सामने वाली वैल्यू होंगी है 18 और हाइट है अपने को 10। ठीक है जी। सो 30 प्लस, हाँ जी, 1 से 2 से 10, 120/18। चेक करो प्लीज क्लास, यही डाटा बन रहा है सबका। सो 30 प्लस, अगर आप 6 कट कर लिए, 6 2 जा 12 नाल 0, 6 3 जा विच इज 6.66। सो 36.66 आंसर आ रहा होगा। चेक करो प्लीज, कोई डाउट है तो मैं दसो। वेरी गुड सुनील, वेरी गुड। बाकी देखो प्लीज, कोई भी डाउट है तो प्लीज दस सकते हो मैंने तक। ठीक है जी। सो होपफुली थोड़ा कॉन्फिडेंस बिल्ड होया होगा थोड़ा इससे, है ना। ठीक है जी, वेरी गुड वेरी गुड। बाकी चेक करो क्लास, जो किसी डाउट आ रहा है प्लीज दसो। ओके क्लास सबनों, है ना। सो अगे वधिए ਆਪਾਂ ਇਸ ਤੇ। ਇੱਕ ਹੋਰ ਕਰੋ ਫਿਰ, ਤਾਂ ਹੀ ਪੱਕਾ ਹੋਊਗਾ। ਅਦਰਵਾਈਜ਼ ਆਪਾਂ ਸਮਝ ਆ ਜਾਂਦਾ ਪਰ ਪੱਕਾ ਨਹੀਂ ਹੋ ਪਾਉਂਦਾ। ਹੁਣ ਆਪਾਂ ਨੇ ਫਾਈਂਡ ਕਰਨਾ ਹੈ P75। ਠੀਕ ਹੈ, ਡਾਟਾ ਦਿੱਤਾ ਹੋਇਆ ਹੈ 10 ਤੋਂ 20, ਕਲਾਸ ਇੰਟਰਵਲ ਦਿੱਤਾ ਹੋਇਆ ਨੇ 20 ਤੋਂ 30, 30 ਤੋਂ 40, 40 ਤੋਂ 50, 50 ਤੋਂ 60। ਠੀਕ ਹੈ, ਇਹ ਦਿੱਤਾ ਹੋਇਆ ਆਪਾਂ ਨੂੰ। ਵਿੱਚ ਫ੍ਰੀਕੁਐਂਸੀ ਦਿੱਤੀ ਹੋਈ ਹੈ ਆਪਾਂ ਨੂੰ 5, 12, 20, 18, 15 ਦੀ। ਠੀਕ ਹੈ ਜੀ, ਆ ਜਾਓ ਜਰਾ, ਲਾਓ ਦਿਮਾਗ क्विकली दो। हाँ जी क्लास। सो सबसे पहला CF 5, 5 ਤੇ 12 17, 37। ठीक है, 8 45 55 ਤੇ 5 60 70। देखो एनुअल 70 आ गई। ठीक है जी। नाउ P75, 75 n बाय 100, 75 n ਦੀ वैल्यू 70 बाय 100। ठीक है, 0 0 कैंसिल हो रही है, कैंसिल देखो। ठीक है, ये भी कट रहे हैं। 5 टेबल कट कर दिए, 5 2 जा 5 15 जा। सो 105/2 का विच इज, हाँ जी क्लास चेक करो सही आ रहा था। 52.5, ये चीज देखो। हाँ जी, वेरी गुड संजीव जी। बाकी देखो क्लास, किस डाउट है। सो 52.5 ऑफलाइन ओके, ऑनलाइन ओके सबनों। सो 52.5 अपने को टर्म बनी। 52 है अपने को ना सर, बड़ा इंटरवल है। हाँ जी, कोई गल नहीं, सिलेक्ट कर लांगे तो बहुत इजी लगता होगा क्योंकि फ्लो बन चुका है सबका। सो P75 इज इक्वल टू L प्लस 75 n बाय 100 माइनस CF बाय F इंटू H। L कितना 40, 52.5 CF तो ऊपर वाला 37 बाय F सामने वाला 18, हाइट अपने को 10 चल रही है। सो 40 प्लस, हाँ जी सब देखो ही चल रहा है, 40 प्लस 15.5 बाय 18 इंटू 10 विच इज 40 प्लस 15, 10 10 नंबर रहेगा 155/18। तब 40 प्लस 8 पॉइंट, अगर आप देखिए 61 विच इज 48.61। चेक।
आराम से चेक करो, कोई डाउट है तो दोस्तों। चेक करो क्लास आंसर, देखो सेम आ रहा है, प्लीज चेक आउट नोट्स ना लो अपने प्रॉपर। P75 परसेंटाइल थे, यही आंसर है सबका। वेरीफाई कर दो प्लीज एक बार फिर भी, चलिए। 48 पॉइंट, हाँ चलो इतना चलता है, कोई बात नहीं। 48.7260। शाबाश क्लास। सो होपफुली देखो समझ आया। सो ਇਸ ਦੇ ਨਾਲ ਤੁਹਾਡਾ ਕਵਰ ਅਪ ਹੋਇਆ ਡਿਸਾਈਲ ਤੇ ਪਰਸੈਂਟਾਈਲ ਤੇ ਓਬਵੀਅਸ ਗੱਲ ਹੈ ਕੁਆਟਾਈਲ। ਮੈਨੂੰ ਕੋਈ ਡਾਊਟ ਹੈ ਤਾਂ ਪਲੀਜ਼ ਦੱਸੋ ਇੱਥੇ ਤੱਕ। हाँ जी, सारे रिप्लाई बैक कर दो इस जगह तक, फिर आप आगे चलिए देखिए। क्लियर है जी, ठीक है, गुड। बाकी भी प्लीज ऑनलाइन ऑफलाइन किस डाउट है। ठीक है जी क्लास, चलिए आगे। सो होपफुली समझ आया सबनों। ठीक है जी, गुड गुड, वेरी गुड। ਸੋ ਹੁਣ ਇੱਕ ਵਾਰੀ ਸਮ ਅਪ ਕਰ ਲਈਏ। ਠੀਕ ਹੈ, ਆਪਾਂ ਤਿੰਨ ਚੀਜ਼ਾਂ ਦੇਖੀਆਂ 2 ਦਿਨਾਂ ਦੀ ਕਲਾਸਿਸ 'ਚ। ਪਹਿਲੀ ਆਪਾਂ ਦੇਖੀ ਕੁਆਰਟਾਈਲ, ਦੈਨ ਆਪਾਂ ਦੇਖਿਆ ਜੀ ਡਿਸਾਈਲ, ਦੈਨ ਆਪਾਂ ਦੇਖਿਆ ਪਰਸੈਂਟਾਈਲ। These all are the part of central tendency measurement। ठीक है जी, these all are the part of central tendency measurement। ਇੱਥੇ ਆਪਾਂ 4 ਚ ਵੰਡਦੇ ਆ ਸੀਕੁਐਂਸ ਨੂੰ, ਇੱਥੇ 10 ਚ ਵੰਡਦੇ ਆ, ਇੱਥੇ ਆਪਾਂ 100 ਚ ਡਿਵਾਈਡ ਕਰਦੇ। ਹੋਪਫੁਲੀ ਇਹ ਗੱਲ ਸਭ ਨੂੰ ਕਲੀਅਰ ਹੈ। ਇਸ ਜਗ੍ਹਾ 'ਤੇ ਆਪਣੇ ਕੋਲ ਆਪਾਂ ਗੱਲ ਕਰਦੇ ਹਾਂ, ਇੱਕ ਆਪਣੇ ਕੋਲ Q1 ਆਂਦਾ ਹੈ, ਇੱਕ Q3 ਆਂਦਾ ਹੈ। ਇੱਥੇ ਆਪਣੇ ਕੋਲ D1 ਤੋਂ ਲੈ ਕੇ D9 ਤੱਕ ਆ ਸਕਦਾ ਹੈ। ਇੱਥੇ ਆਪਣੇ ਕੋਲ P1 ਤੋਂ ਲੈ ਕੇ P99 ਤੱਕ ਆ ਸਕਦਾ ਹੈ। ਠੀਕ ਹੈ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਮੈਕਸਿਮਮ ਤਾਂ ਇੱਥੇ ਫਾਰਮੂਲਾ ਹੁੰਦਾ ਹੈ n+1/4 ਦਾ। ਇੱਥੇ ਜਿਵੇਂ 3n+1/4 ਲੋਅਰ ਕੁਆਰਟਾਈਲ, ਠੀਕ ਹੈ, ਅਪਰ ਕੁਆਰਟਾਈਲ। ਪਲੀਜ਼ ਮੇਰੇ ਨਾਲ ਟੇਬਲ ਬਣਾ ਲਓ, ਤੁਹਾਨੂੰ ਅੱਛਾ लगूगा, बाद में तो समझ आऊंगा। ठीक है जी, ਇੱਥੇ ਆਪਣੇ ਕੋਲ ਬਣੇਗਾ, ये पहला D1 ले जा रहे हैं n+1/10 टर्म। ठीक है जी, जे D2 ले जा रहे हैं ਆਪਾਂ ਤਾਂ 2 टाइम n+1/10 टर्म। जे D7 ले जा रहे हैं ਆਪਾਂ ਤਾਂ 7 of n+1/10 टर्म। जे 9 ले जा रहे हैं 9 of n+1/10 टर्म। ठीक है, होपफुली बहुत अच्छे से समझा जाएगा। ये इंडिविजुअल सीरीज वास्ते है हले। इस तरह ही P1 n+1/100, P4 च आऊंगे 4 टाइम n+1/100, P25 जाओगे या 20 जाओगे 20n+1/100, तब P99 च आऊंगे 99n+1/100। प्लीज चेक। इंडिविजुअल सीरीज केस 1, मतलब ये सारे किहड़े फॉर्मूले ने इंडिविजुअल सीरीज दे, ਜਦੋਂ ਤੁਹਾਡੇ ਕੋਲ ਸਿਰਫ ਐਕਸਰਸਾਈਜ਼ ਦਿੱਤਾ ਜਾਏਗਾ। प्लीज चेक कर लो और फॉर्मूला शीट नाल तैयार कर दो। हाँ जी चेक करो, प्लीज चेक करो, कोई डाउट है बोलो। ओके, चेक करो प्लीज एक बारी।
ਮੇਰੇ ਅਕੋਰਡਿੰਗ ਤਾਂ ਸਭ ਨੂੰ ਕਲੀਅਰ ਹੋਊਗਾ ਹੈ ਨਾ, ਸਿੰਪਲ। ਸੋ ਇਹ ਤੁਹਾਡੇ ਕੋਲ ਚਾਰਟ ਯਾਦ ਰੱਖਣਾ ਹੈ, ਪਰਸੈਂਟਾਈਲ ਦਾ, ਕੁਆਟਾਈਲ ਦਾ, ਹੈ ਨਾ। ਓਕੇ ਜੀ, ਠੀਕ ਹੈ ਜੀ, ਠੀਕ ਹੈ। ਪਲੀਜ਼ ਨੋਟ ਕਰ ਲਓ, ਫਿਰ ਮੈਂ ਅਗਲੇ ਚੱਲਦਾ ਹਾਂ। हेलो प्लीज हाँ, जो दिख रहा है प्रॉपरली नोट कर लो। जे यही अपने कोल क्वार्टाइल, डेसाइल ते परसेंटाइल अपने को आया एक्सआई एफ आई लिए क्लास इंटरवल तो फॉर्मूला हो जाता है क्वार्टाइल का क्यू बनता है जिमें एल प्लस एन बाय 4 माइनस सी एफ ओवर एफ इंटू एच ते क्यू थ्री लिए हो जाता है एल प्लस 3n बाय 4 माइनस सी एफ ओवर एफ इंटू एच ते डी वन वास्ते हो जाएगा एल प्लस एन बाय 10 माइनस सी एफ बाय एफ इंटू एच डी फाइव कट रहे होंगे आप एल प्लस 5n बाय 10 माइनस सी एफ बाय एफ इंटू एच डी नाइन ली जा रहे होंगे एल प्लस 9n बाय 10 माइनस सी एफ बाय एफ इंटू एच। ठीक है जी, बहुत अच्छी तरह समझा गया होगा। अगर परसेंटेज जा रहे हैं जिसमें P20 वास्ते जा रहे हैं तो L प्लस 20n बाय 100 माइनस सी एफ बाय एफ इंटू एच। P75 लिए जा रहे हो तो L प्लस 75n बाय 100 माइनस सी एफ बाय एफ इंटू एच। P99 लिए भी जा रहे हो परसेंटाइज एल प्लस 99 बाय 100 माइनस सी एफ बाय एफ इंटू एच। चेक करो प्लीज हम सारा मेरे सामने मैं प्रॉपर ਤੁਹਾਨੂੰ ਲਿਖ ਕੇ ਦੱਸਦਾ ਚੀਜ਼ਾਂ क्या करनी है क्या नहीं। ਹੁਣ ਤੁਹਾਡੇ ਪ੍ਰੈਕਟਿਸ ਤੇ ਹੈ ਕਿ ਤੁਸੀਂ ਯਾਦ ਰੱਖਣਾ ਹੈ, ਬਾਕੀ ਕਵਰ ਅਪ ਹੈ ਸਾਰਾ ਟੌਪਿਕ ਚ ਹੈ। चेक करो प्लीज क्लास, हेलो नोट कर लो, नोट्स बना लो। ਲਾਸਟ ਨੋਟਸ ਜ਼ਰੂਰ ਬਣਾਇਆ ਕਰੋ ਕਿਉਂਕਿ ਅੱਜ ਨਹੀਂ, ਜਦੋਂ ਤੁਹਾਨੂੰ ਲੋੜ ਇਸ ਦੀ ਉਦੋਂ ਇੰਪੋਰਟੈਂਸ ਫੀਲ ਹੋਏਗੀ ਜਦ ਤੁਸੀਂ ਆਪਣੇ ਮੇਨਸ ਤੋਂ ਇੱਕ ਹਫ਼ਤਾ ਪਹਿਲਾਂ ਫਾਈਨਲ ਰਿਵੀਜ਼ਨ ਕਰ ਰਹੇ ਹੋਵੋਗੇ ਜਾਂ ਇੱਕ ਦਿਨ ਪਹਿਲਾਂ ਫਾਰਮੂਲਾ ਦੇਖ ਰਹੇ ਹੋਵੋਗੇ ਤਾਂ ਉੱਥੇ ਬਹੁਤ ਬਹੁਤ ਹੈਲਪਫੁਲ ਹੁੰਦੇ ਨੇ ਇਹ। ਤਾਂ ਹੀ ਮੇਰਾ ਹੁੰਦਾ, ਤੁਹਾਨੂੰ ਪਤਾ ਮੈਂ ਮੀਨ ਮੀਡੀਅਨ ਮੋਡ ਦੇ ਵੀ ਬਣਵਾਏ ਥੇ। ਜਦ ਇੱਕ ਵਾਰੀ ਟੌਪਿਕ ਖਤਮ ਹੋ ਜਾਏ ਤਾਂ ਟੌਪਿਕ ਖਤਮ ਹੋਣ ਤੋਂ ਬਾਅਦ ਇੱਕ ਸੀਰੀਜ਼ ਬਣਾ ਲਓ, ਬਾਕੀ ਪ੍ਰੈਕਟਿਸ ਨਾਲ ਯਾਦ ਰਹੂਗਾ। ਬਟ ਜਿਹੜੇ ਨੋਟਸ ਬਣੇ ਹੋਣਗੇ ਲਾਸਟ ਜਿੰਨਾ ਇਹ ਹੈਲਪ ਕਰਨਗੇ ਉਸ ਤੋਂ ਜ਼ਿਆਦਾ ਕੋਈ ਹੈਲਪ ਕਰ ਹੀ ਨਹੀਂ ਸਕਦਾ। ਜਿਹੜਾ ਵੀ ਟੌਪਿਕ ਪੜ੍ਹਦੇ ਹੋ ਟੌਪਿਕ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਸਮ ਅਪ ਕਰਿਆ ਕਰੋ, ਯੂ ਵਿਲ ਫਾਈਂਡ ਅ ਵੈਰੀ ਗੁੱਡ ਸੋਲੂਸ਼ਨ। ਠੀਕ ਹੈ ਜੀ, ਇਸ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਰਿਵੀਜ਼ਨ ਕਰਦੇ ਹਾਂ ਤਾਂ ਬਹੁਤ ਫਾਸਟ ਤਰੀਕੇ ਨਾਲ ਆਪਣੀ ਰਿਵੀਜ਼ਨ ਹੋ ਜਾਂਦੀ ਹੈ। ਓਕੇ ਕਲਾਸ, ਸੋ ਹੋਪਫੁਲੀ ਮੈਨੂੰ ਦੱਸੋ ਸਾਰਾ ਸਮਝਾਇਆ ਜੀ ਅੱਜ ਦਾ ਪੜਾਇਆ? ਕੋਈ ਡਾਊਟ ਹੈ ਦੱਸੋ ਇੱਥੇ ਤੱਕ? ऑल क्लियर है जी, गुड, वेरी गुड, ऑल क्लियर, वेरी गुड। सो होपफुली डन है ना, टॉपिक फिनिश हो गया ਇਹਦਾ। ਹੁਣ ਤੁਹਾਨੂੰ ਇਹਦੀ ਵਰਕਸ਼ੀਟ ਅੱਜ ਟੈਲੀਗ੍ਰਾਮ ਗਰੁੱਪ ਚ ਮਿਲ ਜਾਏਗੀ, ਲਾਂਚ ਪੜ ਆਈਏਐਸ ਦੇ। ਉਸ ਤੇ ਵਰਕਸ਼ੀਟ ਕਰਿਓ, ਸੋਲਵ ਕਰਿਓ। ਤੇ ਜਿਹੜੀ ਨੈਕਸਟ ਕਲਾਸ ਹੋਏਗੀ ਉਹ ਆਪਾਂ ਸ਼ੁਰੂਆਤ ਹੀ ਕਰਾਂਗੇ PYQs ਤੋਂ। ਮਤਲਬ ਜਿੰਨੇ ਟੌਪਿਕ ਆਪਾਂ ਕਰ ਚੁੱਕੇ ਹਾਂ ਮੀਨ ਮੀਡੀਅਨ ਮੋਡ ਹੈ ਨਾ, ਹਾਫ ਸਿਲੇਬਸ ਹੈਵ ਡਨ ਨਾਓ। ਇਸ ਤੇ ਪਹਿਲਾਂ ਰੁਕਾਂਗੇ, ਇੱਥੇ ਰੁਕਾਂਗੇ ਇਨ ਦਾ ਸੈਂਸ ਕਿ ਪਹਿਲਾਂ ਅਗਲੀ ਜਿਹੜੀ ਵੀਡੀਓ ਹੋਏਗੀ ਤੁਹਾਡੀ YouTube ਤੇ ਜਾਂ ਜਿਹੜੀ ਅਗਲੀ ਤੁਹਾਡੀ ਆਨਲਾਈਨ ਕਲਾਸ ਹੋਏਗੀ ਔਰ ਆਫਲਾਈਨ ਕਲਾਸ ਹੋਏਗੀ ਉਹ ਇਸ ਗੱਲ ਤੇ ਹੋਏਗੀ ਕਿ ਆਪਾਂ ਜਿੰਨਾ ਪੜ੍ਹੇ ਆ ਕਿਆ ਉਹਦੇ ਅਕੋਰਡਿੰਗਲੀ PYQs ਆ ਰਹੇ ਨੇ ਜਾਂ PYQ ਕਿਵੇਂ ਦੇ ਆ ਰਹੇ ਨੇ, ਕਿਆ ਆਪਾਂ ਕੈਪੇਬਲ ਆ ਕਰਨ ਚ PYQ। ਹੁਣ ਇੰਨੇ ਕੰਸੈਪਟ ਪੜ੍ਹ ਲਏ ਨੇ, ਇੰਨਾ ਸਿੱਖ ਲਿਆ ਕਿ PYQ ਕਰ ਸਕਦੇ ਇਸ ਟੌਪਿਕ ਦੇ ਬਿਹਾਫ ਤੇ। ਪਹਿਲਾਂ ਦੇਖੋ ਤੁਹਾਨੂੰ ਸਭ ਨੂੰ ਪਤਾ ਹੈ GS ਸੈਕਸ਼ਨ 3 ਦੇ ਵਿੱਚ ਅਪਰੋਕਸ 3 ਕੁਐਸਚਨ ਆਣੇ ਨੇ 15-15 ਮਾਰਕਸ ਦੇ। ਠੀਕ ਹੈ, ਮੈਕਸਿਮਮ 4 ਕੁਐਸਚਨ ਬਣ ਸਕਦੇ ਨੇ, ਕਦੇ ਵੀ ਇਹ 4 ਬਣਦੇ ਨਹੀਂ, ਮੋਸਟਲੀ ਮੈਂ 3 ਨੋਟ ਕੀਤੇ ਨੇ। 15 ਮਾਰਕਸ ਦੇ 45 ਮਾਰਕਸ ਬਣਨੇ ਨੇ, ਤਾਂ ਉਸ ਚ ਇੱਕ ਕੁਐਸਚਨ ਮੀਨ ਮੀਡੀਅਨ ਮੋਡ ਵੇਰੀਐਂਸ ਪਰਸੈਂਟਾਈਲ ਕੁਆਟਾਈਲ ਤੇ ਬਣ ਸਕਦਾ ਹੈ, ਸਟੈਂਡਰਡ ਡੇਵੀਏਸ਼ਨ ਵੇਰੀਐਂਸ ਤੇ।
ਦੂਜਾ ਕੁਐਸਚਨ ਬਣੂਗਾ ਗ੍ਰਾਫਿਕਲ ਤੇ, ਤੀਜਾ ਬਣੂਗਾ ਪਰਸੈਂਟੇਜ ਤੇ, ਜਿੱਥੇ ਤੱਕ ਮੈਨੂੰ ਆਈਡੀਆ ਲੱਗਦਾ, ਜਾਂ ਰਿਗਰੈਸ਼ਨ ਤੇ, ਜਾਂ ਫਿਰ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਤੇ, ਉਸ ਤੇ ਬਣ ਸਕਦਾ ਹੈ। ਸੋ ਐਟਲੀਸਟ ਆਪਾਂ ਇਹ ਕਹਿ ਸਕਦੇ ਕਿ ਆਪਣਾ ਇੱਕ ਕੁਐਸਚਨ ਦਾ ਪ੍ਰੋਪਰ ਤਿਆਰ ਹੋ ਗਿਆ, ਔਰ ਦੂਜੇ ਦੇ ਆਪਾਂ ਪ੍ਰੋਗਰੈਸ 'ਚ ਹੈ। ਜਿੱਦਾਂ ਆਪਾਂ ਗ੍ਰਾਫ ਵਾਲੇ ਕੁਐਸਚਨ ਕਰ ਲਾਂਗੇ, ਮਤਲਬ ਪਾਈ ਚਾਰਟ, ਲਾਈਨ ਚਾਰਟ, ਬਾਰ ਗ੍ਰਾਫ ਪੜ੍ਹ ਲਾਂਗੇ ਆਪਾਂ, ਦੈਨ ਆਪਣੇ ਫੋਰ ਸ਼ੋਰ ਦੋ ਕੁਐਸਚਨ ਪੱਕੇ ਹੋ ਜਾਣਗੇ। ਔਰ ਇਹ ਤੁਹਾਨੂੰ ਪਹਿਲਾਂ ਵੀ ਕਿਹਾ ਥਾ ਲਾਂਚਪੈਡ ਆਈਏਐਸ ਵੱਲੋਂ, ਹੁਣ ਵੀ ਸੇਮ ਚੀਜ਼ ਹੈ ਕਿ ਤੁਸੀਂ ਤੁਹਾਨੂੰ ਕੋਈ ਅਦਰ ਸੋਰਸਿਸ ਫੋਲੋ ਕਰਨ ਦੀ ਲੋੜ ਨਹੀਂ। ਤੁਸੀਂ ਬਸ ਲਾਂਚਪੈਡ ਆਈਏਐਸ ਦੀ ਜਿਹੜੀ ਸਟੈਟਿਸਟਿਕਸ ਸੀਰੀਜ਼ ਹੈ, ਇਹਨੂੰ ਕੰਪਲੀਟ ਖਤਮ ਕਰਿਓ। ਜਿੱਥੇ ਮੈਂ ਕਹੂੰਗਾ ਕਿ ਹਾਂ ਹੁਣ ਖਤਮ ਹੋ ਗਈ ਆ, ਉਸ ਤੋਂ ਬਾਅਦ ਅਸ਼ੋਰਟੀ ਹੋਗੀ ਜਦੋਂ ਤੁਹਾਡੇ ਪੇਪਰ 'ਚ ਕੁਐਸਚਨ ਆਣਗੇ, ਔਰ 99% ਚਾਂਸਿਸ ਹੈ ਕਿ ਉਹ ਸਾਡੀ ਸੀਰੀਜ਼ ਚੋਂ ਹੀ ਆਣਗੇ। ਠੀਕ ਹੈ ਜੀ, 1% ਆਪਾਂ ਉੱਪਰ ਥੱਲੇ ਲੈ ਕੇ ਚੱਲਦੇ ਉਹਨੇ ਚੀਜ਼ ਦਾ ਕੋਈ ਵੀ, ਬਟ ਆਈ ਐਮ ਵੈਰੀ ਮਚ ਸ਼ੋਰ ਕਿ 100% ਕੁਐਸਚਨ ਸੇਮ ਆਣਗੇ। ਠੀਕ ਹੈ, ਉਹ 1% ਵੀ ਅਸੀਂ ਕਮੀ ਰਹਿਣ ਨਹੀਂ ਦੇਣੀ, ਕਿਉਂਕਿ ਸਾਨੂੰ ਇਹ ਹੈ ਕਿ ਇੱਕ ਵਾਰੀ ਪਹਿਲਾਂ ਖਤਮ ਕਰ ਲਈਏ, ਦੈਨ ਆਫਟਰ ਅੱਗੇ ਵਧੀਏ। ਸੋ ਅੱਜ ਦਾ ਸੈਸ਼ਨ ਇੱਥੇ ਰੋਕਾਂਗੇ ਕਲਾਸ। ਠੀਕ ਹੈ ਜੀ, ਥੈਂਕ ਯੂ ਟੂ ਆਲ ਫॉर ਟੂਡੇ ਸੈਸ਼ਨ। ਇਹਨੂੰ ਦੁਬਾਰਾ ਇੱਕ ਵਾਰੀ ਸੁਣ ਲਓ, ਇੱਕ ਵਾਰੀ YouTube ਤੇ ਜਾ ਕੇ ਰਿਵਿਊ ਕਰ ਲਓ, ਦੁਬਾਰਾ ਫਿਰ ਇੱਕ ਵਾਰੀ ਮੇਰੇ ਅਕੋਰਡਿੰਗਲੀ ਜਿੰਨੀਆਂ ਵੀਡੀਓਜ਼ ਹੋਈਆਂ ਨੇ ਇੱਕ ਵਾਰੀ ਓਵਰਵਿਊ ਸੁਣ ਲਓ, ਤਾਂ ਕਿ ਥੋੜਾ ਸਾਰਾ ਕਲੀਅਰ ਹੋ ਜਾਏ। ਠੀਕ ਹੈ, ਥੈਂਕ ਯੂ ਟੂ ਆਲ, ਹੈਵ ਅ ਗੁੱਡ ਡੇ।